के कस्बा नकोदर में कपड़ा कारोबारी टिम्मी चावला का गैंगस्टर्स द्वारा कत्ल कर दिया गया था। आज टिम्मी चावला की धर्मपत्नी अपनी 2 छोटी बेटियों सहित बीजेपी के पूर्व निकाय मंत्री मनोरंजन कालिया से मिले, जहां उन्होंने पंजाब के सीएम भगवंत मान के नाम एक चिट्ठी भेजी, जिसमें उन्होंने मांग की कि टिम्मी चावला के साथ मौके पर तैनात गनमैन को भी गोली लगी, जिसकी मौत भी टिम्मी चावला के साथ हुई। पंजाब सरकार की तरफ से उस गनमैन के परिवार को 2 करोड़ रुपए और साथ में पारिवारिक मेंबर को नौकरी देने का ऐलान किया गया, मगर दूसरी तरफ टिम्मी चावला के परिवार के लिए सीएम भगवंत मान की तरफ से किसी भी प्रकार का कोई ट्वीट तक नहीं किया गया और टिम्मी चावला की बीवी को किसी भी प्रकार की कोई भी सरकारी सुविधा दी जाने का अभी तक कोई ऐलान नहीं हुआ। इस मौके मनोरंजन कालिया ने कहा कि सरकार को टिम्मी चावला के परिवार के सदस्य को सरकारी नौकरी जरूर देनी चाहिए। टिम्मी चावला की पत्नी ने कहा कि मुझे इंसाफ चाहिए और इंसाफ तभी मिलेगा जब उन कातिलों का भी एनकाउंटर कर दिया जाएगा। टिम्मी चावला की पत्नी ने कहा कि हमने खुद आम आदमी पार्टी को वोट दी थी, पर यह नहीं पता था कि उसका बदला मुझे पति की मौत से चुकाना पड़ेगा। 7 ਦਸੰਬਰ ਨੂੰ ਨਕੋਦਰ ਵਿਖੇ ਭੁਪਿੰਦਰ ਸਿੰਘ ਚਾਵਲਾ ਉਰਫ ਟਿੰਮੀ ਚਾਵਲਾ ਦਾ ਦਿਨ ਦਿਹਾੜੇ ਮਰਡਰ ਕਰ ਦਿੱਤਾ ਗਿਆ। ਸੋ ਉਸ ਨੂੰ ਲੈ ਕੇ ਕਿ ਜਿਹੜੇ ਪ੍ਰਸ਼ਨ ਅਧੂਰੇ ਹੈਗੇ ਉਸ ਨੂੰ ਲੈ ਕੇ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਇਹ ਜਿਹੜਾ ਮਰਡਰ ਹੋਇਆ ਇਹਦੇ ਬਚਾਅ ਹੋ ਸਕਦਾ ਸੀਗਾ, ਕਿਉਂਕਿ 1 ਨਵੰਬਰ ਨੂੰ ਥ੍ਰੈਟਨਿੰਗ ਕਾਲਸ ਆਉਂਦੀਆਂ, ਮੈਸੇजेस ਆਉਂਦੇ, ਉਸ ਤੋਂ ਬਾਅਦ ਡੀਐਸਪੀ ਨੂੰ ਕਿਹਾ ਜਾਂਦਾ ਤੇ ਜੇ ਸ਼ਾਇਦ ਜਿਹੜੀਆਂ ਕਾਲਸ ਆਈਆਂ ਜੇ ਟਰੇਸ ਕਰਦੀ ਪੁਲਿਸ ਤਾਂ ਅੱਜ ਇਹ ਬਚਾਅ ਹੋ ਸਕਦਾ ਸੀਗਾ। ਦੁਖਾਂਤ ਜਿਹੜਾ ਹੈਗਾ ਇਹ ਨਹੀਂ ਵਾਪਰਦਾ ਸੀ, ਲੇਕਿਨ ਪੁਲਿਸ ਨੇ ਮੈਂ ਕਹਾਂਗਾ ਕਿ ਵੀ ਨਾਕਾਮੀ ਹੈ। ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ ਕਿ ਵੀ ਇਹ ਜਿਹੜੀਆਂ ਕਾਲਸ ਹੈ ਕਿਉਂ ਨਹੀਂ ਟਰੇਸ ਕੀਤੀਆਂ ਗਈਆਂ। ਫਿਰ ਇਹ ਹੈ ਕਿ ਵੀ ਜਦੋਂ ਦੁਖਾਂਤ ਹੋ ਗਿਆ, ਮਰਡਰ ਹੋ ਗਿਆ, ਟੈਰਰਿਸਟਾਂ ਨੇ ਮਾਰ ਦਿੱਤਾ ਹੈ, ਇਹ ਮੁੱਖ ਮੰਤਰੀ ਦੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਜ਼ਿੰਮੇਵਾਰੀ ਬਣਦੀ ਸੀ ਉਹ ਇਸ ਪਰਿਵਾਰ 'ਚ ਆਉਂਦੇ। ਤੁਸੀਂ ਆ ਕੇ ਹਾਲਾਤ ਦੇਖਦੇ, ਸੰਵੇਦਨਾ ਵਿਅਕਤ ਕਰਦੇ, ਤੁਸੀਂ ਸਿੰਪਲ ਟਵੀਟ ਕਰਤਾ, ਉਹ ਟਵੀਟ ਦੇ ਵਿੱਚ ਜਿਹੜਾ ਗਨਮੈਨ ਮਾਰਿਆ ਗਿਆ ਉਹਦੇ ਬਾਰੇ ਦੁੱਖ ਵਿਅਕਤ ਕੀਤਾ ਸੀ, ਲੇਕਿਨ ਇਸ ਪਰਿਵਾਰ ਦਾ ਜਿਹੜਾ ਸ਼ਹੀਦ ਹੋ ਗਿਆ ਵਿਅਕਤੀ ਟਿੰਮੀ ਚਾਵਲਾ ਦਾ ਉਹਦੇ ਬਾਰੇ ਕੋਈ ਟਵੀਟ ਦੇ ਵਿੱਚ ਮੈਂਸ਼ਨ ਨਹੀਂ ਕੀਤਾ। ਤਾਂ ਹਾਲਾਤ ਇਹ ਹੈ ਕਿ ਵੀ ਤੁਸੀਂ ਠੀਕ ਹੈ, ਮੈਂ ਕਹਿੰਦਾ 2 ਕਰੋੜ ਰੁਪਈਆ ਦਿੱਤਾ ਕਾਂਸਟੇਬਲ ਦੇ ਪਰਿਵਾਰ ਨੂੰ, ਦੇਣਾ ਚਾਹੀਦਾ ਮੈਂ ਕਹਿੰਦਾ, ਲੇਕਿਨ ਜਿਹੜਾ ਵਿਅਕਤੀ ਸ਼ਹੀਦ ਹੋਇਆ ਟਿੰਮੀ ਚਾਵਲਾ ਉਹਦੇ ਪਰਿਵਾਰ ਦੀ ਇੱਕੋ ਬ੍ਰੈਡ ਵਿਨਰ ਸੀਗਾ, ਉਹੀ ਕਮਾਉਣ ਵਾਲਾ ਸੀਗਾ ਘਰ 'ਚ। ਇੱਕ 10 ਸਾਲ ਦੀ ਬੱਚੀ ਹੈ, ਠੀਕ ਹੈ, ਇੱਕ 4 ਸਾਲ ਦੀ ਬੱਚੀ ਹੈ। ਸੋ ਉਹ 2 ਬੱਚੀਆਂ ਕਿੱਦਾਂ ਪਲਣਗੀਆਂ, ਕਿੱਦਾਂ ਪਰਿਵਾਰ ਚੱਲੇਗਾ? ਬਜ਼ੁਰਗ ਮਾਂ-ਬਾਪ ਹੈਗੇ ਆ। ਤੋ ਇੱਕੋ ਜਿਹੜਾ ਹੈਗਾ ਹੁਣ ਬੱਚੀ ਹੈ। ਮੈਂ ਤਾਂ ਮੰਗ ਕੀਤਾ ਅੱਜ ਅਸੀਂ ਇਸ ਪ੍ਰੈਸ ਕਾਨਫਰੰਸ ਮਾਧਿਅਮ ਦੁਆਰਾ ਇੱਕ ਚਿੱਠੀ ਵੀ ਲਿਖੀ ਹੈ ਮਾਨ ਸਾਹਿਬ ਨੇ ਕਿ ਵੀ ਜਿਹੜੀ ਉਹਦੀ ਧਰਮ ਪਤਨੀ ਹੈ ਉਹ MA ਇੰਗਲਿਸ਼ ਪੜ੍ਹੀ ਹੋਈ ਹੈ, BEd ਕੀਤੀ ਹੋਈ ਹੈ। ਸੋ ਉਸ ਨੂੰ ਜਿਹੜਾ ਹੈਗਾ ਕੋਈ ਕੰਪਨਸੇਟਰੀ ਜਿਹੜੀ ਜੋਬ ਮਿਲੇ, 2 ਕਰੋੜ ਰੁਪਈਆ ਵੀ ਮਿਲੇ ਇਹਨਾਂ ਨੂੰ, ਕਿਉਂਕਿ ਜਦੋਂ ਟੈਰਰਿਜ਼ਮ ਪਿੱਛੇ ਸੀਗਾ ਉਦੋਂ ਵੀ ਇਹ ਜਿਹੜਾ ਹੈਗਾ ਹੁੰਦਾ ਰਿਹਾ। ਉੱਥੇ ਦੇ MLA ਸਾਹਿਬ ਕਹਿੰਦੇ ਆ, ਮੈਡਮ ਮਾਨ ਕਹਿੰਦੀ ਕੋਈ ਪ੍ਰੋਵੀਜ਼ਨ ਨਹੀਂ ਹੈ, ਜੇ ਪ੍ਰੋਵੀਜ਼ਨ ਨਹੀਂ ਤਾਂ ਸਰਕਾਰ ਪਾ ਸਕਦੀ ਹੈ। ਤੋ ਹੁਣ ਜਿਹੜੇ ਹੈਗੇ ਕਈ ਜਿਹੜੇ ਟੈਰਰਿਸਟ ਅਫੈਕਟਡ ਫੈਮਿਲੀ ਸੀਗੀਆਂ ਉਹਨਾਂ 'ਚੋਂ ਅੱਜ ਅਫਸਰ ਜਿਹੜੇ ਹੈਗੇ ਆ ਲੱਗੇ ਹੋਏ ਹੈਗੇ, ਕੰਪਨਸੇਟਰੀ ਅਪਾਇੰਟਮੈਂਟਸ ਜਿਹੜੀਆਂ ਹੋਈਆਂ ਹੈਗੀਆਂ। ਸੋ ਅੱਜ ਜਿਹੜੇ ਹਾਲਾਤ ਹੈਗੇ ਆ ਉਹ ਅੱਜ ਬਿਲਕੁਲ ਚਰਮਰਾ ਗਏ ਆ। ਹੁਣੀ ਪਿਛਲੇ ਦਿਨੀ ਤੁਸੀਂ ਦੇਖੋ ਜਿਹੜਾ ਕਿਡਨੈਪ ਕੀਤਾ ਗਿਆ ਮੁਕਤਸਰ ਦੇ ਵਿੱਚ 30 ਲੱਖ ਰੁਪਏ ਫਰੌਤੀ ਉਹਦੇ ਕੋਲੋਂ ਮੰਗੀ, 30 ਲੱਖ ਰੁਪਏ ਇਹਦੇ ਕੋਲੋਂ ਫਰੌਤੀ ਮੰਗੀ ਸੀਗੀ, ਉਹਨੂੰ ਅੱਜ ਜਿਹੜੀ ਲਾਸ਼ ਉਹਦੀ ਆਈ ਹੈ ਸ਼ਹੀਦ ਕਰਤਾ ਗਿਆ ਹੈ। ਸੋ ਅੱਜ ਜਿਹੜੇ ਹਾਲਾਤ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਔਰ ਵੱਧ ਤੋਂ ਬੱਤਰ ਜਿਹੜੀ ਹੈਗੀ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਹੋ ਰਹੀ ਹੈ। ਔਰ ਤੁਸੀਂ ਇਹ ਦੇਖੋ ਕਿ ਗੈਂਗਸਟਰ ਵਰਡ ਈਵਨ ਟੈਰਰਿਜ਼ਮ 'ਚ ਨਹੀਂ ਸੀਗਾ, ਜਿਹੜਾ ਹੁਣ ਗੈਂਗਸਟਰ ਵਰਡ ਜਿਹੜਾ ਹੈਗਾ 8 ਮਹੀਨਿਆਂ 'ਚ ਪੈਦਾ ਹੋ ਗਿਆ, ਕਿਉਂਕਿ ਉਹ ਤਾਂ ਪਹਿਲਾਂ ਸਰਕਾਰ ਚੱਲ ਰਹੀ। ਹੁਣ ਤਾਂ UP ਦੇ ਵਿੱਚ ਸੁਣਦੇ ਸੀਗੇ ਗੈਂਗਸਟਰ ਹੈਗੇ ਆ, ਜਦੋਂ ਦੀ ਯੋਗੀ ਸਰਕਾਰ ਆਈ ਹੈ ਤਾਂ ਭਾਰਤੀ ਜਨਤਾ ਪਾਰਟੀ ਸਰਕਾਰ ਆਈ, ਉੱਥੇ ਗੈਂਗਸਟਰ ਜਿਹੜੇ ਨਾਮ ਦਾ ਬੰਦੇ ਖਤਮ ਹੋ ਗਏ, ਬੰਦੇ ਦੌੜ ਗਏ ਉੱਥੋਂ UP 'ਚੋਂ, ਅਮਨ ਸ਼ਾਂਤੀ ਹੈ। ਤੋ ਇੱਥੇ ਜਿਹੜੀ ਅਫਰਾ ਤਫਰੀ ਹੋ ਰਹੀ ਹੈ, ਕਮ ਸੇ ਕਮ ਤੁਸੀਂ ਹੋਮ ਮਿਨਿਸਟਰ ਮਾਨ ਸਾਹਿਬ ਤੁਸੀਂ ਜਿਹੜਾ ਹੈਗਾ ਇਸ ਨੂੰ ਆਪਣੀ ਜ਼ਿੰਮੇਵਾਰੀ ਨਿਭਾ ਕਰੋ। ਤੁਹਾਡੀ ਬਤੌਰ ਹੋਮ ਮਿਨਿਸਟਰ ਵੀ, ਬਤੌਰ ਮੁੱਖ ਮੰਤਰੀ ਜ਼ਿੰਮੇਵਾਰੀ ਬਣਦੀ। ਔਰ ਮੈਂ ਪ੍ਰਾਰਥਨਾ ਕਰਦਾ ਕਿ ਹੁਣ ਵੀ ਤੁਸੀਂ ਜਿਹੜਾ ਹੈਗਾ ਕਿ ਆਓ ਇੱਥੇ ਨਕੋਦਰ ਆਓ
ਵਿਜ਼ਿਟ ਕਰੋ, ਮੁੱਖ ਮੰਤਰੀ ਤੌਰ ਤੇ ਉੱਤੇ ਸੰਵੇਦਨਾ ਵਿਅਕਤ ਕਰੋ ਔਰ ਇਹਨਾਂ ਦੀ ਯਥਾ ਯੋਗੀ ਜਿਹੜੀ ਹੈ ਮਦਦ ਕਰੋ। ਤੁਸੀਂ ਕਹਿ ਰਹੇ ਜ਼ਿੰਮੇਵਾਰੀ ਬਣਦੀ ਪਰ ਉਹਨਾਂ ਵੱਲੋਂ ਜਿਹੜਾ ਟਵੀਟ ਕੀਤਾ ਗਿਆ ਉਹਨਾਂ ਵਿੱਚ ਵੀ ਇਹ ਪ੍ਰਵਾਸ ਜ਼ਿਕਰ ਨਹੀਂ ਸੀਗਾ ਤੇ ਘਰ ਵੀ ਨਹੀਂ ਆਇਆ ਜਾਂ ਵੈਸੇ ਵੀ ਕਿਸੇ ਤਰੀਕੇ ਨਾਲ ਕੋਈ ਅਟੈਂਡ ਨਹੀਂ ਕੀਤਾ ਗਿਆ, ਚਾਹੇ ਸੰਵੇਦਨਾ ਬਖਸ਼ਿਆ ਤੇ ਜੇ ਮਦਦ ਕਰਨੀ ਬਾਅਦ ਦੀ ਗੱਲ ਹੈ ਉਸ ਕੀ ਵਤੀਰੇ ਨੂੰ ਕਿਵੇਂ ਮੈਂ ਤਾਂ ਕਿਹਾ ਜੀ ਉਸ ਦੀ ਮੈਂ ਕੰਡੈਮ ਕਰਦਾ, ਉਹਦਾ ਮਤਲਬ ਇਸ ਤਰ੍ਹਾਂ ਦਾ ਵਤੀਰਾ ਹੁੰਦਾ ਹੀ ਨਹੀਂ। ਤੁਸੀਂ ਪੰਜਾਬ ਸਟੇਟ ਦੇ ਮੁਖੀ ਹੋ ਤਾਂ ਉਸ ਨਾਤੇ ਇੱਕ ਤਰ੍ਹਾਂ ਪਰਿਵਾਰ ਜਿਹੜਾ ਪੰਜਾਬ ਦਾ ਪੂਰਾ ਪਰਿਵਾਰ ਹੈ ਤੁਹਾਡਾ, ਉਹਦਾ ਦੇਖਭਾਲ ਕਰਨੀ ਤੁਹਾਡੀ ਜ਼ਿੰਮੇਵਾਰੀ ਹੈ। ਤੁਹਾਨੂੰ ਆਉਣਾ ਚਾਹੀਦਾ ਸੀਗਾ, ਤੁਸੀਂ ਕਿਉਂ ਨਹੀਂ ਆਇਆ? ਜਨਤਾ ਪੁੱਛਦੀ ਹੈ ਕਿ ਤੁਸੀਂ ਇੱਕ ਪਾਸੇ ਕਹਿੰਦੇ ਕਿ ਆਮ ਆਦਮੀ ਸਰਕਾਰ ਹੈ ਤੇ ਆਮ ਆਦਮੀ ਅੱਜ ਖੌਫ 'ਚ ਹੈਗਾ। ਤੁਸੀਂ ਆਮ ਆਦਮੀ ਹਾਲ ਜਿਹੜਾ ਹੈਗਾ ਸ਼ਹੀਦ ਹੋ ਗਿਆ, ਉਹਦੇ ਘਰ ਨਹੀਂ ਗਏ ਹੈਗੇ ਮੁੱਖ ਮੰਤਰੀ ਜੀ। ਸੋ ਮੈਂ ਅੱਜ ਵੀ ਪ੍ਰਾਰਥਨਾ ਕਰਦਾ ਕਿ ਮੁੱਖ ਮੰਤਰੀ ਮਾਨ ਸਾਹਿਬ, ਤੁਹਾਡਾ ਨਾ ਕੋਈ ਮੰਤਰੀ ਗਿਆ ਉੱਥੇ, ਤੁਸੀਂ ਕਮ ਸੇ ਕਮ ਤੁਸੀਂ ਆਓ ਇੱਥੇ ਹਾਲਾਤ ਦੇਖੋ ਔਰ ਤੁਸੀਂ ਟਿਮੀ ਚਾਵਲਾ ਦੇ ਪਰਿਵਾਰ ਦੇ ਨਾਲ ਬੈਠੋ, ਤੁਸੀਂ ਜਿਹੜੇ ਕਾਂਸਟੇਬਲ ਸ਼ਹੀਦ ਹੋ ਉਹਨਾਂ ਨਾਲ ਬੈਠੋ ਔਰ ਜਿਹੜਾ ਹੈਗਾ ਤੁਹਾਨੂੰ ਪਤਾ ਲੱਗੇ। ਤੁਸੀਂ ਜਿਹੜਾ ਘੁੰਮੋ, ਬਜਾਏ ਚੰਡੀਗੜ੍ਹ ਦੀ ਕੋਠੀਆਂ 'ਚ ਰਹਿਣ ਨਾਲੋਂ ਪੰਜਾਬ 'ਚ ਘੁੰਮੋ, ਜਿੱਥੇ ਵੀ ਕੋਈ ਇੰਸੀਡੈਂਟ ਹੁੰਦਾ, ਵਾਕਿਆ ਹੁੰਦਾ, ਤੁਸੀਂ ਉੱਥੇ ਆਪ ਜਾਓ ਤੇ ਪਤਾ ਲੱਗੇ ਨਾਲੇ ਪ੍ਰਸ਼ਾਸਨ ਨੂੰ ਵੀ ਕਿ ਵੀ ਅਸੀਂ ਮੁੱਖ ਮੰਤਰੀ ਜਦੋਂ ਉੱਥੇ ਗਰਾਊਂਡ ਸਟੇਸ਼ਨ ਦੇਖੇਗਾ ਆਪ ਨੂੰ ਵੀ ਪਤਾ ਲੱਗਦਾ, ਪ੍ਰਸ਼ਾਸਨ ਨੂੰ ਵੀ ਹਿੰਦੀ ਹੁੰਦੀ ਹੈ। ਖੌਫ से ਡੈਟਰੈਂਟ ਇਫੈਕਟ ਹੁੰਦਾ ਪੁਲਿਸ ਦਾ। ਅੱਜ ਉਹ ਖੌਫ ਖਤਮ ਹੋ ਗਿਆ। ਅੱਜ ਜਿਹੜਾ ਹੈਗਾ ਕਹਿੰਦੇ ਆ ਕਿ ਵੀ ਜਿਹੜੇ ਤਾਲੇ ਹੁੰਦੇ ਨਾ ਉਹ ਸ਼ਰੀਫਾਂ ਨਹੀਂ ਹੁੰਦੇ, ਗੁੰਡਿਆਂ ਨਹੀਂ ਹੁੰਦੇ। ਅੱਜ ਤਾਂ ਹੁਣ ਹਾਲਾਤ ਇਹ ਹੋ ਗਈ ਹੈ ਕਿ ਗੁੰਡੇ ਦੰਦ ਨਾਂਦੇ ਆ। ਅੱਜ ਜਿਹੜੇ ਹੈਗੇ ਇੱਕ ਵੀ ਰੌਲਾ ਹੀ ਕੋਈ ਨਹੀਂ ਉਹਨਾਂ ਨੂੰ ਕਿ ਵੀ ਕਮ ਸੇ ਕਮ ਤੁਸੀਂ ਜਿਹੜੇ ਹੈਗਾ ਕਿ ਵੀ ਕੋ ਅੰਦਰ ਫੜੋ ਜਾ ਕੇ, ਕੋਈ ਨਹੀਂ ਹੈ, ਕੋਈ ਰੌਲਾ ਨਹੀਂ ਹੋ। ਜੇ ਪੁਲਿਸ ਇਹ ਕਵੇ ਜੇ ਐਡਮਿਨਿਸਟ੍ਰੇਸ਼ਨ 'ਚੋਂ ਬੰਦਾ ਕਵੇ ਲਾਇਸੈਂਸ ਅਪਲਾਈ ਕਰਨ ਲਈ ਜਾਵੇ ਕਿ ਵੀ ਤੁਹਾਡੀ ਤਾਂ ਰਿਵਾਲਵਰ ਨਾਲ ਵੀ ਆ ਜਾਣੀ ਜੇ ਆਈ ਹੈ ਤੇ ਕਿਆ ਮਜ਼ਾਕ ਹੈਗਾ? ਐਡਾ ਮਤਲਬ ਅਫਸਰ ਜੇ ਕਵੇ ਇਸ ਤਰ੍ਹਾਂ ਦਾ ਤੇ ਕਮ ਸੇ ਕਮ ਉਹਨੂੰ ਟੰਗੋ, ਉਹਨੂੰ ਤੁਸੀਂ ਰਿਸਪੌਂਸਿਬਿਲਿਟੀ ਫਿਕਸ ਕਰੋ ਕਿ ਜੇ ਜਿਹੜੀ ਹੈਗੀ ਹੈ ਕਿ ਕਾਲਸ ਕਿਉਂ ਨਹੀਂ ਟ੍ਰੇਸ ਕੀਤੀਆਂ ਗਈਆਂ। ਸਵਾਲ ਇਹ ਹੈਗਾ ਕਿ ਅੱਜ ਕ੍ਰਾਈਮ ਰੇਟ ਕਰਨ ਦਾ ਸਵਾਲ ਤਾਂ ਇਸ ਗੱਲ ਦਾ ਹੈਗਾ ਕਿ ਵੀ ਜਿਹੜਾ ਕ੍ਰਾਈਮ ਵਧਿਆ ਜਦੋਂ ਦੀ 8 ਮਹੀਨੇ ਸਰਕਾਰ ਆਈ ਹੈ। ਇਹ ਪੁਲਿਸ ਅਫਸਰ ਉਹੀ ਸੀਗੇ ਜਦੋਂ ਅਕਾਲੀ ਬੀਜੇਪੀ ਸਰਕਾਰ ਸੀਗੀ ਜਾਂ ਕਾਂਗਰਸ ਸਰਕਾਰ ਸੀਗੀ। ਤੋਂ ਅੱਜ ਜਿਹੜਾ ਹੈਗਾ ਕਿ ਅੱਜ ਜਿਹੜਾ ਜਿਸ ਢੰਗ ਦੇ ਨਾਲ ਕ੍ਰਾਈਮ ਵਧਿਆ ਹੈਗਾ, ਇਹਦੀ 8 ਮਹੀਨਿਆਂ 'ਚ ਹੀ ਹਾਲਾਤ ਚੇਂਜ ਹੋਏ ਆ ਤੇ ਇਹਦੀ ਜ਼ਿੰਮੇਵਾਰੀ ਸਿੱਧੀ ਸਰਕਾਰ 'ਤੇ ਆਉਂਦੀ ਹੈ। ਸਰ ਤੁਸੀਂ ਜ਼ਿੰਮੇਵਾਰੀ ਸਰਕਾਰ ਦੀ ਕਹਿ ਰਹੇ ਹੋ। ਬੀਤੇ ਕੁਝ ਦਿਨ ਪਹਿਲਾਂ ਸੀਐਮ ਸਾਹਿਬ ਦੀ ਗੁਜਰਾਤ ਤੋਂ ਸਟੇਟਮੈਂਟ ਆਈ ਸੀ ਕਿ ਛੋਟੀ ਮੋਟੀ ਘਟਨਾਵਾਂ, ਕੱਲ੍ਹ ਧਾਲੀਵਾਲ ਸਾਹਿਬ ਆਏ ਨੇ ਤੇ ਉਹਨਾਂ ਨੇ ਵੀ ਕਿਹਾ ਪੰਜਾਬ 'ਚ ਕਾਫੀ ਵਿਵਸਥਾ ਬਦਲੀ ਹੈਗੀ, ਜੋ ਛੋਟੀ ਮੋਟੀ ਘਟਨਾਵਾਂ ਹੋ ਰਹੀਆਂ ਉਸ ਤੋਂ ਬਾਅਦ ਕੀ ਇਹੋ ਜਿਹਾ ਦੇ ਗੱਲ ਹੈ ਛੋਟੀ ਮੋਟੀ ਘਟਨਾਵਾਂ ਜੇ ਕਹਿ ਰਹੇ ਕਿਸੇ ਦਾ ਜੀ ਜਾਂਦਾ ਤੇ ਜੇ ਕਿਤੇ ਆਪਣਾ ਜੀ ਗਿਆ ਹੋਵੇ ਤਾਂ ਫਿਰ ਕੀ ਹਾਲਤ ਹੋਵੇ ਛੋਟੀ ਮੋਟੀ ਘਟਨਾ ਦੇ ਵਿੱਚ? ਸਵਾਲ ਤਾਂ ਇਸ ਗੱਲ ਦਾ। ਇਹ ਤੁਸੀਂ ਆਪਣੇ ਆਪ ਨੂੰ ਪਰਿਵਾਰ ਨਹੀਂ ਸਮਝਦੇ। ਤੁਸੀਂ ਅੱਜ ਆਮ ਆਦਮੀ ਨਹੀਂ, ਆਮ ਆਦਮੀ ਅੱਜ ਖੌਫ 'ਚ ਹੈਗਾ ਤੇ ਅੱਜ ਅਸੀਂ ਕਹਿੰਦੇ ਅਸੀਂ ਆਮ ਆਦਮੀ ਹੈ, ਪਰ ਇਹ ਆਮ ਆਦਮੀ ਦਾ ਵਤੀਰਾ ਨਹੀਂ ਹੈ, ਇਹ ਖਾਸ ਆਦਮੀ ਦੇ ਵਤੀਰਾ। ਇਹ ਚੰਡੀਗੜ੍ਹੋਂ ਨਹੀਂ ਨਿਕਲਦੇ ਬਾਹਰ ਆ ਕੇ ਕਿ ਤੁਸੀਂ ਜਾ ਕੇ ਪਰਿਵਾਰ ਕਿਸੇ ਪਰਿਵਾਰ 'ਚ ਗਏ, ਤੁਸੀਂ ਜਾ ਕੇ ਹਾਲਾਤ ਪੁੱਛਿਆ ਕਿ ਵੀ ਕਿਸ ਤਰ੍ਹਾਂ ਜੀ ਰਿਹਾ, ਕੀ ਹੈਗਾ, ਕੀ ਮਦਦ ਕਰਨੀ ਚਾਹੀਦੀ ਹੈ, ਕਿ ਕਿਉਂ ਇਹ ਇਨਸੀਡੈਂਟ ਹੋਇਆ, ਕਿਸੇ ਜ਼ਿੰਮੇਵਾਰੀ ਫਿਕਸ ਕੀਤੀ ਅੱਜ? ਕੋਈ ਨਹੀਂ ਕੀਤੀ। ਆਪ ਸਰਕਾਰ ਕਹਿ ਰਹੀ ਹੈ ਕਿ ਦਿੱਲੀ ਮਾਡਲ ਪੰਜਾਬ ਨੂੰ ਬਣਾ ਕੇ ਰਵਾਂਗੇ, ਤੁਹਾਨੂੰ ਬੰਦਾ ਨਜ਼ਰ ਆ ਰਿਹਾ? ਗੱਲ ਹੈ ਜੀ, ਮਾਡਲ ਤਾਂ ਮੈਨੂੰ ਨਹੀਂ ਪਤਾ, ਲੇਕਿਨ ਇਹ ਲੋਕੀ ਅੱਜ ਹਾਏ ਤੌਬਾ ਕਰਦੇ ਪਏ, ਹਾਏ ਤੌਬਾ ਕਰਦੇ ਪਏ ਜੋ ਹਾਲਤ ਕਾਨੂੰਨ ਵਿਵਸਥਾ ਦੀ। ਨਾਮ ਦੱਸ ਕੇ ਦੇਣਾ ਸਾਡਾ। ਹਾਂਜੀ, ਮੇਰਾ ਨਾਮ ਸਵਿੰਦਰ ਕੌਰ, ਵਾਈਫ ਆਫ ਲੇਟ ਭੁਪਿੰਦਰ ਸਿੰਘ ਚਾਵਲਾ, ਟਿਮੀ ਚਾਵਲਾ। ਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਮਤਲਬ ਸਾਡੇ ਨਾਲ ਜੋ ਨਾਇਨਸਾਫੀ ਹੋਈ ਹੈ, ਸਾਨੂੰ ਉਹਦਾ ਇਨਸਾਫ ਦਿਵਾਇਆ ਜਾਏ। ਪੁਲਿਸ ਦੇ ਭਰੋਸੇ ਕਰਕੇ ਹੀ ਮੇਰੇ ਹਸਬੈਂਡ ਚਲੇ ਗਏ ਨੇ। ਉਹਨਾਂ ਨੇ ਪੁਲਿਸ 'ਤੇ ਪੂਰਾ ਭਰੋਸਾ ਕੀਤਾ ਸੀ ਕਿ ਸਾਨੂੰ ਉਹ ਨੰਬਰ ਟਰੇਸ ਕਰਕੇ ਉਹਨਾਂ ਨੂੰ ਫੜ ਲਿੱਤਾ ਜਾਏਗਾ, ਗੈਂਗਸਟਰਸ ਨੂੰ ਫੜ ਲਿੱਤਾ ਜਾਏਗਾ। ਸਿਕਿਉਰਿਟੀ ਗਾਰਡ ਸਾਨੂੰ 2 ਦਿੱਤੇ ਗਏ ਸੀ, ਪਰ ਉਹਨਾਂ ਕੋਲ 1 ਮਹੀਨੇ ਦੀ ਕਾਰਵਾਈ ਵਿੱਚ ਨੰਬਰ ਨਹੀਂ ਟਰੇਸ ਕੀਤੇ ਗਏ। ਮੇਰੀ ਹੁਣ ਇਹੀ ਮੰਗ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜਾਨ ਦੀ ਵੈਲਿਊ ਆਮ ਇਨਸਾਨ ਦੀ ਵੀ ਹੈਗੀ ਹੈ। ਇਹ ਨਹੀਂ ਕਿ ਜਿਹੜੇ ਗਵਰਨਮੈਂਟ ਜੌਬ ਦੇ ਵਿੱਚ ਹੈਗੇ ਨੇ ਜਾਂ ਤੁਸੀਂ ਤੁਹਾਡੇ ਪੁਲਿਸ ਵਿੱਚ ਹੈਗੇ ਨੇ, ਸਿਰਫ ਉਹਨਾਂ ਦੀ ਜਾਨ ਦੀ ਵੈਲਿਊ ਹੈ। ਜਦੋਂ ਕਿਸੇ ਦੇ ਘਰ ਦਾ ਬੰਦਾ ਜਾਂਦਾ, ਸਭ ਨੂੰ ਓਨੀ ਹੀ ਦਰਦ ਹੁੰਦੀ ਹੈ। ਉਹ ਵੀ ਕਿਸੇ ਦੇ ਪਿਤਾ ਸੀ, ਕਿਸੇ ਦੇ ਭਰਾ ਸੀ, ਕਿਸੇ ਦਾ ਪੁੱਤਰ ਸੀ। ਸਾਡੀ ਫੈਮਿਲੀ ਨੂੰ ਵੀ ਫਾਈਨੈਂਸ਼ੀਅਲ ਔਰ ਇਮੋਸ਼ਨਲ ਸਪੋਰਟ ਦੀ ਜ਼ਰੂਰਤ ਹੈ। ਭਗਵੰਤ ਮਾਨ ਸਰ ਨੇ ਉਹਨਾਂ ਦੇ ਲਈ ਟਵੀਟ ਕੀਤਾ ਕਿ ਬੜਾ ਬੁਰਾ ਹੋਇਆ। ਸਰ ਨੇ ਇੱਕ ਵਾਰੀ ਵੀ ਸਾਡੀ ਫੈਮਿਲੀ ਲਈ ਟਵੀਟ ਨਹੀਂ ਕੀਤਾ। ਸਾਡੀ ਵੀ ਜਿੱਦਾਂ ਉਹਨਾਂ ਦੀ ਫੈਮਿਲੀ ਲਈ ਉਹਨਾਂ ਦੀ ਇੰਪੋਰਟੈਂਸ ਸੀ, ਮੇਰੇ ਹਸਬੈਂਡ ਦੀ ਵੀ ਸਾਡੀ ਆਪਣੀ ਫੈਮਿਲੀ ਵਿੱਚ ਇੰਪੋਰਟੈਂਸ ਸੀ। ਮੇਰੀ ਸਿਰਫ ਸਰਕਾਰ ਤੋਂ ਹੀ ਮੰਗ ਹੈ ਕਿ ਸਾਡੇ ਲਈ ਵੀ ਕੁਝ ਸੋਚਿਆ ਜਾਵੇ, ਮੇਰੇ ਬੱਚਿਆਂ ਲਈ ਕੁਝ ਸੋਚਿਆ ਜਾਵੇ, ਫਾਈਨੈਂਸ਼ੀਅਲੀ ਉਹਨਾਂ ਨੂੰ ਵੀ ਕੁਝ ਦਿੱਤਾ ਜਾਵੇ ਤੇ ਉਹ ਮੇਰੀ ਜੌਬ ਦੇ ਲਈ ਵੀ ਕੁਝ ਸੋਚਿਆ ਜਾਏ ਤਾਂ ਕਿ ਮੈਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਾਂ, ਬਿਨਾਂ ਕਿਸੇ ਦੇ ਡਿਪੈਂਡ ਹੋਏ ਮੈਂ ਖੁਦ ਇੰਡੀਪੈਂਡੈਂਟ ਬਣ ਸਕਾਂ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਾਂ। ਜਦੋਂ ਤੱਕ ਉਹ ਹੈਗੇ ਸੀ, ਉਹ ਫੈਮਿਲੀ ਦੇ ਵਿੱਚ ਇਕੱਲੇ ਅਰਨਰ ਸੀ, ਕਦੀ ਸਾਨੂੰ ਜ਼ਰੂਰਤ ਨਹੀਂ ਪਈ। ਪਰ ਅੱਜ ਸਾਡੀਆਂ ਸਰ ਮਜਬੂਰੀਆਂ ਹੋ ਗਈਆਂ। ਅਸੀਂ ਮੇਰੀਆਂ 2 ਛੋਟੀਆਂ ਬੇਟੀਆਂ, ਉਹਨਾਂ ਦੇ ਲਈ ਮੇਰੀਆਂ ਮਜਬੂਰੀ ਹੋ ਗਈ ਹੈ। ਇੱਥੇ ਸੜਕਾਂ 'ਤੇ ਉਤਰਨਾ ਮੇਰੀ ਮਜਬੂਰੀ ਹੋ ਗਈ। ਕਿਸੇ ਦਾ ਵੀ ਸਰ ਸ਼ੌਂਕ ਨਹੀਂ ਹੁੰਦਾ ਸੜਕਾਂ 'ਤੇ ਉਤਰ ਕੇ ਇੱਦਾਂ ਨਾਅਰੇਬਾਜ਼ੀ ਕਰਨਾ, ਕਿਸੇ ਵੀ ਲੇਡੀ ਦਾ ਸ਼ੌਂਕ ਨਹੀਂ ਹੁੰਦਾ। ਅਸੀਂ ਵੀ ਆਪਣੇ ਸਰ ਘਰਾਂ 'ਚ ਬੈਠੇ ਹੋਏ ਸੀ, ਆਰਾਮ ਨਾਲ ਖਾ ਰਹੇ ਸੀ, ਪੀ ਰਹੇ ਸੀ।
ਆਪਣੀ ਬੜੀ ਸੋਹਣੀ ਜ਼ਿੰਦਗੀ ਜੀ ਰਹੇ ਸੀ, ਘੁੰਮਦੇ ਸੀ ਫਿਰਦੇ ਸੀ ਆਪਣੇ ਹਸਬੈਂਡ ਦੇ ਨਾਲ, ਬਹੁਤ ਸੋਹਣੀ ਜ਼ਿੰਦਗੀ ਸਾਨੂੰ ਉਹਨਾਂ ਨੇ ਦਿੱਤੀ ਹੋਈ ਸੀ। ਪਰਮਾਤਮਾ ਵੱਲੋਂ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ, ਪਰ ਸਰ ਇੱਕ ਬੰਦੇ ਦੇ ਜਾਣ ਨਾਲ ਸਾਡੀ ਜ਼ਿੰਦਗੀ ਇੱਕਦਮ ਪਲਟ ਗਈ। ਮਹੀਨੇ 'ਚ ਇੱਕ ਦਿਨ 'ਚ ਸਾਡੇ ਨਾਲ ਹਾਦਸਾ, 1 ਮਹੀਨੇ ਤੋਂ ਪਰੇਸ਼ਾਨ ਸੀ, ਇੱਕ ਦਿਨ 'ਚ ਸਾਡੇ ਨਾਲ ਹਾਦਸਾ ਹੋ ਗਿਆ। ਹੁਣ ਪਿਆ ਸੋਚਦੇ ਪਏ ਹਾਂ ਕਿ ਅਸੀਂ ਕਰਨਾ ਕੀ ਹੈ। ਫੈਮਿਲੀ ਬਿਜ਼ਨਸ ਚਲੋ ਹੈਗਾ ਸਰ, ਪਰ ਦੇਖੋ ਗੱਲ ਤੇ ਉਹੀ ਹੈ, ਜੈਂਟਸ ਦਾ ਬਿਜ਼ਨਸ ਹੈ, ਮੈਂ ਲੇਡੀਜ਼ ਜਾ ਕੇ ਉਹ ਬਿਜ਼ਨਸ ਨੂੰ ਕਿੱਦਾਂ ਚਲਾਵਾਂਗੀ। ਸਾਰਾ ਕੁਝ ਉਹੀ ਕਰਦੇ ਸੀ, ਸਭ ਕੁਝ ਉਹੀ ਮੈਨੇਜ ਕਰਦੇ ਸੀ। ਮੈਂ ਬਸ ਇਹੀ ਚਾਹੁੰਦੀ ਹਾਂ ਕਿ ਹੁਣ ਮੈਨੂੰ ਇੱਕ ਰਿਸਪੈਕਟਡ ਜੋਬ, ਇੱਕ ਅੱਛੀ ਵਾਲੀ ਜੋਬ ਦਿੱਤੀ ਜਾਵੇ, ਜਿਹਦੇ ਨਾਲ ਮੈਂ ਆਪਣੀ ਫੈਮਿਲੀ ਨੂੰ ਮਤਲਬ ਕਮਾ ਸਕਾਂ, ਖਵਾ ਸਕਾਂ, ਉਹਨਾਂ ਦਾ ਫਿਊਚਰ ਸਿਕਿਉਰ ਕਰ ਸਕਾਂ, ਤੇ ਮੇਰੇ ਬੱਚਿਆਂ ਬਾਰੇ ਵੀ ਕੁਝ ਸੋਚਿਆ ਜਾਵੇ ਸਰ। ਮੈਂ ਤਾਂ ਬਸ ਇਹੀ ਚਾਹੁੰਦੀ ਹਾਂ, ਉਹਨਾਂ ਦੇ ਫਾਦਰ ਹੁੰਦੇ ਤੇ ਉਹ ਸਭ ਕੁਝ ਉਹਨਾਂ ਲਈ ਕਰਦੇ, ਪਰ ਹੁਣ ਫਾਦਰ ਤਾਂ ਉਹਨਾਂ ਦੇ ਰਹੇ ਨੇ, ਐਟਲੀਸਟ ਮੇਰੇ ਬੱਚਿਆਂ ਦਾ ਫਿਊਚਰ ਤਾਂ ਸਿਕਿਉਰ ਹੋ ਜਾਣਾ ਸਰ। ਮੈਂ ਤਾਂ ਬਸ ਇਹੀ ਚਾਹੁੰਦੀ ਹਾਂ ਸਰਕਾਰ ਕੋਲੋਂ, ਮੇਰੀ ਇਹੀ ਮੰਗ ਹੈਗੀ ਹੈ ਕਿ ਆਮ ਇਨਸਾਨ ਲਈ ਵੀ ਕੁਝ ਕੀਤਾ ਜਾਵੇ। ਤੁਸੀਂ ਪੁਲਿਸ ਨੇ ਜੋ ਸੁਰੱਖਿਆ ਦਿੱਤੀ ਉਸ ਤੋਂ ਬਾਅਦ ਵੀ ਆਹ ਚੀਜ਼ ਵਾਪਰੀ, ਤਾਂ ਲੱਗਦਾ ਕਿ ਮਤਲਬ ਕਿ ਉਹ ਚੀਜ਼ ਸੇਫ ਸੀਗਾ ਜਾਂ ਫਿਰ ਕੀ ਪੈਸੇ ਦੇ ਦਿੰਦੇ ਸੀ ਜਾਂ ਸ਼ਾਇਦ ਉਹ ਇੱਕ। ਸਰ ਦੇਖੋ ਹੁਣ ਜੋ ਸਾਡੇ ਨਾਲ ਹੋਇਆ, ਆਪਾਂ 1 ਮਹੀਨੇ ਤਰਲੇ ਕੱਢਦੇ ਰਹੇ, ਸਾਨੂੰ 2 ਦਿਨ ਲੰਘੇ, 4 ਦਿਨ ਲੰਘੇ, 5 ਦਿਨ ਲੰਘੇ, ਅਸੀਂ ਉਮੀਦ ਦੇ ਸਹਾਰੇ ਹੀ ਬੈਠੇ ਸੀ ਅੱਜ ਫੜੇ ਜਾਣਗੇ, ਕੱਲ ਫੜੇ ਜਾਣਗੇ। ਈਵਨ ਕਿ ਲਾਸਟ ਡੇ ਜਿਸ ਦਿਨ ਉਹਨਾਂ ਦੀ ਡੈਥ ਹੋਈ ਹੈ, ਉਹ ਉਸ ਦਿਨ ਵੈਪਨ ਦੇ ਲਾਇਸੈਂਸ ਲਈ ਗਏ ਸੀ, ਆ ਕੇ ਵੀ ਉਹਨਾਂ ਨੇ ਮੇਰੇ ਨਾਲ ਲਾਸਟ ਗੱਲ ਇਹੀ ਕੀਤੀ ਗਈ ਕਿ ਹਾਏ ਰੱਬ ਕਰਕੇ ਫੜੇ ਜਾਣ। ਸਰ ਅਸੀਂ ਤਾਂ ਅੰਦਰੋਂ ਆਪਣੇ ਮਨ ਦੇ ਵਿੱਚ ਇਹ ਵੀ ਸੋਚਿਆ ਹੋਇਆ ਸੀ ਕਿ ਅਸੀਂ ਮਹੀਨਾ 2 ਮਹੀਨਾ ਕੰਮ ਕਰਕੇ ਇੱਥੋਂ ਮੂਵ ਕਰ ਜਾਵਾਂਗੇ। ਅਸੀਂ ਦੇਖੋ ਇਨਸਾਨ ਬੜੀਆਂ ਪਲੈਨਿੰਗਸ ਕਰਦੇ, ਅਸੀਂ ਤਾਂ ਆਪਣਾ ਘਰ ਛੱਡਣ ਨੂੰ ਵੀ, ਸਿਟੀ ਛੱਡਣ ਨੂੰ ਵੀ ਚੁੱਪ ਕਰਕੇ ਤਿਆਰ ਹੋ ਗਏ ਸੀ। ਪਰ ਦੇਖੋ ਸਰ ਕਿਤੇ ਵੀ ਮੂਵ ਕਰਨਾ ਈਜ਼ੀ ਗੱਲ ਨਹੀਂ ਹੁੰਦੀ। ਅਸੀਂ ਆਪਣੇ ਘਰੋਂ ਨਿਕਲਦੇ ਹਾਂ, ਸਾਨੂੰ 2 ਪੈਸਿਆਂ ਦੀ ਜ਼ਰੂਰਤ ਹੁੰਦੀ ਹੈ। ਸਾਡਾ ਇਹੀ ਮਨ ਸੀ ਕਿ ਚੱਲ ਮਹੀਨਾ 2 ਮਹੀਨਾ ਕੰਮ ਕਰਕੇ 2-4 ਪੈਸੇ ਹੱਥ 'ਚ ਇਕੱਠੇ ਕਰਕੇ ਇੱਥੋਂ ਮੂਵ ਕਰ ਜਾਈਏ, ਕਿਤੇ ਦੂਰ ਚਲੇ ਜਾਈਏ, ਕਿਸੇ ਡੇਲੀ ਡੁੱਲੀ ਵਾਲੀ ਸਾਈਡ, ਚੁੱਪ ਕਰਕੇ ਆਪਣੇ ਫ਼ੋਨ ਨੰਬਰ ਬੰਦ ਕਰ ਦਈਏ ਤੇ ਇੱਥੋਂ ਨਿਕਲ ਜਾਈਏ। ਪਰ ਸਰ ਉਹਦੇ ਲਈ ਵੀ ਹੱਥ 'ਚ 4 ਪੈਸੇ ਹੋਣੇ ਜ਼ਰੂਰੀ ਹੁੰਦੇ ਨੇ। ਦੁਪਹਿਰੀ ਉਸ ਦਿਨ ਘਰ ਆਏ, ਮੈਨੂੰ ਇਹੀ ਕਹਿੰਦੇ ਸ਼ੈਲੀ ਦੇਖ, ਕਹਿੰਦੇ ਜੇ ਰੱਬ ਕਰਕੇ ਫੜੇ ਜਾਣ, ਸਾਨੂੰ ਆਪਣਾ ਘਰ ਛੱਡ ਕੇ ਨਾ ਹੀ ਜਾਣਾ ਪਵੇ ਸਰ। ਪਰ ਸਰ ਸਾਨੂੰ ਥੋੜ੍ਹਾ ਪਤਾ ਸੀ, ਉਮੀਦ ਤੇ ਸਾਨੂੰ ਹੈਗੀ ਸੀ ਫੜੇ ਜਾਣਗੇ। ਪਰ ਸਰ ਮਹੀਨਾ ਹੋ ਗਿਆ, 1.25 ਮਹੀਨਾ ਹੋ ਗਿਆ, ਕੋਈ ਸਾਡੀਆਂ ਉਮੀਦਾਂ ਨਹੀਂ ਪੂਰੀਆਂ ਹੋਈਆਂ, ਬਸ ਇੱਦਾਂ ਹੀ ਚਲੇ ਗਏ। ਉਹ ਤੁਹਾਨੂੰ ਕਿੱਦਾਂ, ਤੁਹਾਨੂੰ ਲੱਗਦਾ ਸਹੀ ਇਨਵੈਸਟੀਗੇਸ਼ਨ ਜਾ ਰਹੀ ਹੈ, ਤੁਹਾਨੂੰ ਉਹਦੇ ਵਿੱਚ ਜੋ ਸ਼ਿਕਾਇਤਾਂ ਮੈਮ ਹੁਣ ਦੇਖੋ ਇਹ ਤੇ ਅੰਦਰ ਦੀਆਂ ਗੱਲਾਂ ਹੈ। ਹੁਣ ਉਹ ਤੇ ਇਹੀ ਕਹਿੰਦੇ ਵੀ ਨੇ ਕਿ ਇੱਦਾਂ ਏ, ਉੱਦਾਂ ਫੜੇ ਗਏ, ਸ਼ੂਟਰ ਫੜੇ ਗਏ ਨੇ, ਕਾਰ ਫੜੀ ਗਈ। ਮੈਮ ਬਾਕੀ ਹੁਣ ਥੋੜ੍ਹੇ ਵਿੱਚੋਂ ਮਨ 'ਚ ਡਾਊਟਸ ਤਾਂ ਆਉਂਦੇ ਆ, ਜੇ ਤੁਸੀਂ ਕਹੋ ਥੋੜ੍ਹੇ ਬਹੁਤੇ ਮਨ 'ਚ ਡਾਊਟਸ ਤਾਂ ਆਉਂਦੇ ਵੀ ਇੰਨੀ ਕਿਹੜੀ ਗੱਲ ਹੋ ਗਈ ਕਿ ਗੋਲੀ ਮਾਰ ਦਿੱਤੀ ਉਹਨਾਂ ਨੂੰ, ਕਿ ਫਿਰੌਤੀ ਲੈਣ ਆਏ ਸੀ, ਡਰਾ ਕੇ ਚਲੇ ਜਾਂਦੇ ਜਾਂ ਲੱਤ ਬਾਂਹ 'ਤੇ ਮਾਰ ਕੇ ਚਲੇ ਜਾਂਦੇ ਜਾਂ ਕੁਝ ਹੋ ਜਾਂਦਾ, ਵੀ ਇੰਨੀ ਤੁਹਾਡੀ ਕਿਹੜੀ ਦੁਸ਼ਮਣੀ ਆ ਗਈ ਕਿ ਤੁਸੀਂ ਇੱਕ ਪਰਸਨ ਨੂੰ 7 ਬੁਲੇਟਸ ਸ਼ੂਟ ਕਰਕੇ ਚਲੇ ਗਏ ਹੋ। ਮਨ 'ਚ ਡਾਊਟਸ ਤਾਂ ਮੈਮ ਆਉਂਦਾ ਹੀ ਹੈ। ਕੀ ਡਾਊਟਸ ਆਉਂਦੇ ਤੁਹਾਨੂੰ ਇਨਵੈਸਟੀਗੇਸ਼ਨ ਨੂੰ ਲੈ ਕੇ? ਕੀ ਖਦਸ਼ਾ ਹੈਗਾ ਤੁਹਾਡੇ ਮਨ ਵਿੱਚ? ਮੈਮ ਜਿੱਦਾਂ ਇਹ ਗੱਲ ਹੋ ਰਹੀ ਸੀ ਕਿ ਨਵੇਂ ਗੈਂਗਸਟਰ, ਜਿੱਦਾਂ ਪਹਿਲਾਂ ਗੱਲ ਉੱਠ ਵੀ ਰਹੀ ਸੀ ਕਿ ਨਵੇਂ ਨਹੀਂ ਲੱਗਦੇ। ਇਸ ਦੇ ਵਿੱਚ ਇਹ ਹੈ ਕਿ ਇਹਨਾਂ ਨੇ ਨਵੰਬਰ ਦੇ ਵਿੱਚ ਇਹਨਾਂ ਨੂੰ 1 ਨਵੰਬਰ ਨੂੰ ਥ੍ਰੈਟਨਿੰਗ ਆਈ, ਠੀਕ ਹੈ, ਭੁਪਿੰਦਰ ਨੂੰ, ਔਰ ਉਸ ਤੋਂ ਬਾਅਦ ਇਹਨਾਂ ਨੇ ਡੀਐਸਪੀ ਨੂੰ ਅਪਰੋਚ ਕੀਤਾ। ਅੱਛਾ, ਉਹਦੇ ਵਿੱਚ ਪਹਿਲਾਂ WhatsApp ਕਾਲਸ ਵੀ ਹੋਈਆਂ, ਡਾਇਰੈਕਟ ਕਾਲ ਵੀ ਹੋਈ। ਤਾਂ ਸਵਾਲ ਇਹ ਹੈਗਾ ਕਿ ਕਿਉਂ ਨਹੀਂ ਜਿਹੜੀ ਕਾਲਸ ਹੈਗੀ ਹੈ ਟ੍ਰੇਸ ਕੀਤੀ ਗਈ ਕਿ ਕਿੱਥੇ ਹੈਗੀ ਹੈ, ਕਿਉਂਕਿ ਟੈਕਨੋਲੋਜੀ ਹੈਗੀ। ਸਵਾਲ ਇਹ ਕਿ ਜਿਹੜੀ ਨਲਾਇਕੀ ਹੈਗੀ ਹੈ ਕਿ 1 ਮਹੀਨਾ 7 ਦਸੰਬਰ ਨੂੰ ਮਰਡਰ ਹੋਇਆ, ਤੇ ਜੇ ਤੁਸੀਂ ਕਾਲਸ ਟ੍ਰੇਸ ਕਰ ਲੈਂਦੇ, ਤੁਸੀਂ ਕਾਤਲ ਤੱਕ ਪਹੁੰਚ ਸਕਦੇ ਸੀਗੇ, ਵਿਅਕਤੀ ਜੀਵਤ ਹੁੰਦਾ। ਸਵਾਲ ਤਾਂ ਇਸ ਗੱਲ ਦਾ ਹੈਗਾ ਕਿ ਵੀ ਇਹ ਜਿਹੜੀ ਨਲਾਇਕੀ ਹੋਈ ਆ ਪੁਲਿਸ ਵੱਲੋਂ, ਉਹਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ। ਇੱਕ ਦੂਸਰੀ ਗੱਲ ਇਹ ਕਿ ਭਗਵੰਤ ਮਾਨ ਜੀ ਮੁੱਖ ਮੰਤਰੀ ਹੈ, ਤੁਸੀਂ ਟਵੀਟ ਕਰਦੇ ਹੋ ਕਾਂਸਟੇਬਲ ਦੇ ਜਿਹੜਾ ਮਰਡਰ ਨਾਲ ਹੋਇਆ, ਜਿਹੜਾ ਬੰਦਾ ਸ਼ਹੀਦ ਹੋ ਗਿਆ, ਬਿਲਕੁਲ ਠੀਕ ਹੈ, ਉਹਦੀ ਮਦਦ ਵੀ ਕੀਤੀ ਹੈ, ਬਹੁਤ ਅੱਛਾ ਕੀਤਾ। ਲੇਕਿਨ ਸਵਾਲ ਹੈ ਕਿ ਜਿਹੜਾ ਵਿਅਕਤੀ ਸ਼ਹੀਦ ਹੋਇਆ, ਇੱਕ ਆਮ ਵਿਅਕਤੀ ਹੈਗਾ, ਉਹਦੇ ਬਾਰੇ ਆਪਾਂ ਕੋਈ ਸੋਚਿਆ ਹੀ ਨਹੀਂ, ਮਦਦ ਹੀ ਨਹੀਂ ਕੋਈ ਕੀਤੀ। ਜੇ 2 ਕਰੋੜ ਦਿੱਤਾ, ਬਿਲਕੁਲ ਦੇਣਾ ਚਾਹੀਦਾ, ਜੌਬ ਵੀ ਮਿਲੇਗੀ ਉਹਨੂੰ, ਉਹਦੇ ਬੱਚੇ ਨੂੰ ਕਿਸੇ ਨੂੰ, ਤੇ ਇਹਨਾਂ ਨੂੰ ਵੀ ਜੌਬ ਦੇਣੀ ਚਾਹੀਦੀ ਹੈ ਕਿ ਇਹਨਾਂ ਦੇ ਸੋਲ ਬ੍ਰੈਡ ਵਿਨਰ ਚਲਾ ਗਿਆ ਔਰ ਮਾਂ-ਬਾਪ ਬਜ਼ੁਰਗ ਹੈਗੇ ਆ, ਇਸ ਬੱਚੀ 'ਤੇ ਭਾਰ ਹੈ, ਛੋਟੀਆਂ 2 ਬੱਚੀਆਂ, ਕਿੱਦਾਂ ਪਲੇਗਾ? ਸਵਾਲ ਇਹ ਹੈਗਾ ਕਿ ਮੁੱਖ ਮੰਤਰੀ ਜੀ ਇੱਥੇ ਆਉਂਦੇ, ਇੱਥੇ ਆ ਕੇ ਸੰਵੇਦਨਾ ਵਿਅਕਤ ਕਰਦੇ, ਹਾਲਾਤ ਦੇਖਦੇ। ਤੁਸੀਂ ਉੱਥੇ ਸਿੰਪਲ ਟਵੀਟ ਕਰਤਾ ਕਿ ਵੀ ਕਾਂਸਟੇਬਲ ਲਈ, ਇਹਨਾਂ ਲਈ ਨਹੀਂ ਕੀਤਾ। ਕਿ ਇੱਥੇ ਮੈਂ ਤਾਂ ਹੁਣ ਵੀ ਕਹਿਣਾ, ਪ੍ਰਾਰਥਨਾ ਕਰਦਾ ਕਿ ਮੁੱਖ ਮੰਤਰੀ ਜੀ ਚੰਡੀਗੜ੍ਹ ਦੇ ਏਸੀ 'ਚੋਂ ਨਿਕਲੋ, ਉੱਥੇ ਦੇ ਮਾਹੌਲ 'ਚੋਂ ਨਿਕਲੋ ਔਰ ਤੁਸੀਂ ਨਕੋਦਰ ਆਓ, ਇਹਨਾਂ ਦੇ ਘਰ ਜਾ ਕੇ ਸੰਵੇਦਨਾ ਵਿਅਕਤ ਕਰੋ, ਇਹਨਾਂ ਦੀ ਹਾਲਾਤ ਦੇਖੋ, ਇਹਨਾਂ ਨੂੰ ਕੰਪਨਸੇਸ਼ਨ ਜਿਹੜੀ 2 ਕਰੋੜ ਇਹਨਾਂ ਨੂੰ ਵੀ ਦਿਓ, ਔਰ ਜਿਹੜਾ ਹੈਗਾ ਇਹਦੀ ਬੱਚੀ ਦੀ ਨੌਕਰੀ ਵੀ ਹੋਣੀ ਚਾਹੀਦੀ। ਅੱਜ ਅਸੀਂ ਚਿੱਠੀ ਵੀ ਲਿਖੀ ਹੈ, ਲੈਟਰ ਜਿਹੜੀ ਹੈਗੀ ਹੈ ਇਹਨਾਂ ਵੱਲੋਂ, ਭੁਪਿੰਦਰ ਸਿੰਘ ਉਹਨਾਂ ਦੀ ਧਰਮਪਤਨੀ ਵੱਲੋਂ, ਟਿੰਮੀ ਚਾਵਲਾ ਉਹਨਾਂ ਦੇ ਧਰਮਪਤਨੀ ਵੱਲੋਂ ਲਿਖੀ ਗਈ ਹੈ, ਜਿਹਦੇ ਵਿੱਚ ਇਹੀ ਮੰਗ ਕੀਤੀ ਹੈਗੀ ਹੈ, ਕਿਉਂਕਿ ਇਹ MA ਇੰਗਲਿਸ਼ ਹੈਗੀ ਹੈ ਔਰ B.Ed ਹੈ,
ਸੋ ਇਹਨਾਂ ਨੂੰ ਜਾਂ ਤਾਂ ਟੀਚਿੰਗ ਜੌਬ ਦਿੱਤੀ ਜਾਵੇ ਜਾਂ ਕੋਈ ਹੋਰ ਜੌਬ ਜਿਹੜੀ ਆਨਰੇਬਲ ਹੈਗਾ, ਤਾਂ ਜੋ ਛੋਟੀਆਂ ਬੱਚੀਆਂ ਪਲ ਸਕਣ। ਬਜ਼ੁਰਗ ਜਿਹੜੇ ਮਾਂ-ਬਾਪ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਵੀ ਰੋਟੀ ਰੋਜ਼ੀ ਦਾ ਇੰਤਜ਼ਾਮ ਹੈ। ਮੈਮ ਦੇਖੋ ਹੁਣ ਮੇਰੇ ਹਸਬੈਂਡ ਸੀ, ਸਵੇਰੇ ਦੁਕਾਨ ਤੇ ਜਾਂਦੇ ਸੀ 8-9 ਵਜੇ, ਰਾਤੀ 8-9 ਵਜੇ ਘਰ ਆਉਣਾ। ਹੁਣ ਦੇਖੋ ਉਹ ਚਲੇ ਗਏ। ਹੁਣ ਦੇਖੋ ਮੇਰੇ ਫਾਦਰ ਸਾਹਿਬ ਹੈ, 70 ਇਅਰਸ ਦੇ ਏਜ ਹੈ, ਉਹਨਾਂ ਦੀ ਨੀ ਰਿਪਲੇਸਮੈਂਟ ਹੋਈ ਹੈ, ਅਪੈਂਡਿਕਸ ਤਾਂ ਉਹਨਾਂ ਦਾ ਆਪਰੇਸ਼ਨ ਹੋਇਆ ਹੈ, ਇੰਨੇ ਓਲਡ ਏਜ ਹੈਗੇ। ਹੁਣ ਦੇਖੋ ਵਿਚਾਰੇ ਜਾ ਕੇ ਦੁਕਾਨ ਤੇ ਬੈਠੇ ਹੋਏ ਨੇ, ਪਰਿਵਾਰ ਪਿੱਛੇ ਬੈਠੇ ਨੇ। ਪਹਿਲੇ ਉਹਨਾਂ ਨੇ ਆਪਣੇ ਬੱਚੇ ਪਾਲੇ, ਹੁਣ ਆਪਣੇ ਬੱਚਿਆਂ ਦੇ ਬੱਚਿਆਂ ਲਈ ਦੁਕਾਨ ਤੇ ਜਾ ਕੇ ਬੈਠ ਕੇ। 70 ਇਅਰਸ ਦੀ ਏਜ ਇੱਕ ਰਿਟਾਇਰਮੈਂਟ ਵਾਲੀ ਏਜ ਹੁੰਦੀ। ਬੰਦਾ ਕਹਿੰਦਾ ਮੈਂ ਘਰ ਬੈਠ ਕੇ ਰੈਸਟ ਕਰਾਂ, ਗੋਡਿਆਂ 'ਚ ਉਹਨਾਂ ਦੇ ਨੀਸ 'ਚ ਇੰਨੀ ਦਰਦ ਹੁੰਦੀ ਹੈ, ਟਿਊਬਾਂ ਮਲ ਕੇ ਵਿਚਾਰੇ ਜਾਂਦੇ ਪਏ ਨੇ। ਕਦੀ ਮੂਵ ਦਾ ਸਪਰੇ ਮਿਲਦੇ, ਕਦੀ ਵੋਲਨੀ ਦਾ ਮਿਲਦੇ ਨੇ। ਬੋਡੀ ਦੀ ਉਹਨਾਂ ਦੀ ਥੋੜਾ weight ਵੀ ਜ਼ਿਆਦਾ ਹੈ, ਨੀਸ 'ਚ ਉਹਨਾਂ ਦੇ ਦਰਦ ਹੁੰਦੀ ਰਹਿੰਦੀ। ਹੁਣ ਕਿਹੜੀ ਏਜ ਸੀ ਜਦੋਂ ਉਹਨਾਂ ਦਾ ਪੁੱਤਰ ਸੀ, ਕਦੀ ਸ਼ਾਮ ਨੂੰ ਘੰਟੇ 2 ਘੰਟੇ ਲਈ ਚਲੇ ਜਾਣਾ ਦੁਕਾਨ ਤੇ, ਜਾ ਕੇ ਬੈਠ ਜਾਣਾ, 4 ਵਜੇ ਚਲ ਜਾਣਾ, 7 ਵਜੇ ਵਾਪਸ ਆ ਜਾਣਾ, 5 ਵਜੇ ਚਲੇ ਜਾਣਾ। ਹੁਣ ਦੇਖੋ ਬੇਟਾ ਚਲਾ ਗਿਆ, ਸਾਰੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਬੈਠ ਗਈ। ਹੁਣ ਕੌਣ ਕਰੇਗੀ? ਸਾਡੀ ਫੈਮਿਲੀ ਦਾ ਕੌਣ ਕਰੇਗਾ ਦੱਸੋ ਤੁਸੀਂ? ਬਿਜ਼ਨਸ ਦੀ ਨੌਲੇਜ ਹੋਵੇ, ਕੁਝ ਕਰ ਲੈਣ। ਤੁਹਾਡੇ ਸਾਰਿਆਂ ਵਿੱਚ ਬਹੁਤ ਪਾਵਰ ਹੈ ਕਿ ਸਾਡੀ ਇਹ ਗੱਲ ਸਰਕਾਰ ਤੋਂ ਪਹੁੰਚਾਓ। ਮੇਰੀ ਤਾਂ ਇਹੀ ਮੰਗ ਹੈ ਕਿ ਜੇ ਸਰਕਾਰ, ਉਹਦੇ ਪਾਰਟੀ ਦਾ ਨਾਮ ਹੈ ਆਮ ਆਦਮੀ ਪਾਰਟੀ, ਜੋ ਆਮ ਆਦਮੀ ਦੀ ਗੱਲ ਨਹੀਂ ਸੁਣਦੇ ਤੇ ਆਪਣਾ ਪਾਰਟੀ ਦਾ ਨਾਮ ਚੇਂਜ ਕਰ ਲੈਣ। ਉਹਨੂੰ ਲਾਜਨਾ ਨਾਮ ਚੇਂਜ ਕਰ ਲੈਣ। ਆਮ ਆਦਮੀ ਪਾਰਟੀ ਦੇ ਆਮ ਬੰਦੇ ਲਈ ਕੋਈ ਲਾਅ ਨਹੀਂ ਹੈਗਾ, ਕੋਈ ਉਹਨਾਂ ਲਈ ਕੰਪਨਸੇਸ਼ਨ ਨਹੀਂ ਹੈਗਾ, ਤੇ ਆਪਣਾ ਐਟਲੀਸਟ ਨਾਮ ਚੇਂਜ ਕਰ ਲੈਣ। ਇਹ ਧੋਖੇ 'ਚ ਨਾ ਸਾਨੂੰ ਰੱਖਣ ਕਿ ਆਮ ਆਦਮੀ ਪਾਰਟੀ ਆਮ ਬੰਦਿਆਂ ਦੀ ਹੈ। ਤੇ ਅੱਜ ਜੇ ਸਾਡੀ ਡਿਮਾਂਡ ਪੂਰੀ ਨਹੀਂ ਹੋਈ ਨਾ, ਜੇ ਸਰਕਾਰ ਨੇ ਸਾਨੂੰ ਨਹੀਂ ਸੁਣਿਆ, ਤੇ ਸਭ ਲਈ ਅੱਖਾਂ ਕਲੀਅਰ ਹੋ ਜਾਣੀਆਂ ਕਿ ਆਮ ਆਦਮੀ ਪਾਰਟੀ ਆਮ ਬੰਦਿਆਂ ਲਈ ਨਹੀਂ ਹੈਗੀ। ਮੈਮ ਤੁਸੀਂ ਜਿਵੇਂ ਕਿਹਾ ਕਿ ਪਲਾਨ ਕਰ ਰਹੇ ਸੀਗੇ ਕਿਤੇ ਥੋੜੀ ਦੇਰ ਬਾਅਦ ਕਿਤੇ ਵੋਟ ਨਹੀਂ ਕਰਦੀ ਹੈ, ਨਵੀਂ ਸਰਕਾਰ ਬਣੀ ਹੈਗੀ, ਬੜੀ ਉਮੀਦਾਂ ਨਾਲ ਲੋਕਾਂ ਨੂੰ ਵੋਟ ਚੁਣ ਕੇ ਬਣਾਇਆ ਸੁਰੱਖਿਅਤ ਨਹੀਂ ਹੈ ਇਸ ਵੇਲੇ, ਜਾਂ ਕਿ ਤੁਸੀਂ ਜਿਹੜੀ ਅੱਜ ਐਡੀ ਵੱਡੀ ਗੱਲ ਚੱਕੀ ਪੰਜਾਬ ਛੱਡ ਕੇ ਕਿਤੇ ਹੋਰ ਮੂਵ ਕਰ? ਸਰ ਦੇਖੋ ਮੇਰੀ ਗੱਲ ਸੁਣੋ, ਤੁਸੀਂ ਦੇਖ ਹੀ ਰਹੇ ਹੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਕੀ ਕੁਝ ਹੋ ਰਿਹਾ। ਅਸੀਂ ਤਾਂ ਖੁਦ ਆਮ ਆਦਮੀ ਪਾਰਟੀ ਨੂੰ ਵੋਟ ਦਿੱਤਾ ਸੀ, ਇੱਕ ਉਮੀਦ ਨਾਲ ਦਿੱਤੀ ਸੀ ਮੇਰੇ ਹਸਬੈਂਡ ਨੇ ਵੋਟ ਆਮ ਆਦਮੀ ਪਾਰਟੀ ਨੂੰ ਕਿ ਇਹ ਸਰਕਾਰ ਕੁਝ ਕਰੇਗੀ, ਪੰਜਾਬ ਦੇ ਵਿੱਚ ਸ਼ਾਇਦ ਕੁਝ ਹਾਲਾਤ ਚੰਗੇ ਹੋਣਗੇ, ਇਹ ਲੋਕਾਂ ਲਈ ਕੁਝ ਕਰੇਗੀ। ਪਰ ਸਰ ਤੁਹਾਡੇ ਸਾਹਮਣੇ ਹੀ ਹੈ, ਅਸੀਂ ਤਾਂ ਖੁਦ ਅੰਦਰੋਂ ਪਲਾਨ ਕਰ ਰਹੇ ਸੀ ਕਿ ਇੱਥੋਂ ਨਿਕਲ ਜਾਈਏ। ਹੁਣ ਦੇਖੋ ਸਰ ਯੂਪੀ ਦੇ ਵਿੱਚ ਕਿੰਨੇ ਅੱਛੇ ਹਾਲਾਤ ਹੋ ਗਏ ਆ। ਅਗਰ ਯੂਪੀ ਵਿੱਚ ਹੋ ਸਕਤੇ, ਅਗਰ ਸੀਐਮ ਸਰ ਯੂਪੀ ਵਿੱਚ ਇਹ ਗੱਲਾਂ ਹੋ ਸਕਦੀਆਂ ਮੈਂ ਕਿ ਗੈਂਗਸਟਰ ਵਗੈਰਾ ਸਾਰਾ ਖਤਮ ਹੋ ਗਿਆ, ਤੇ ਭਗਵੰਤ ਮਾਨ ਸਰ ਦੇ ਲਈ ਮੂੰਹ ਇੱਕ ਗੱਲ ਕੱਢਣੀ, ਇੱਕ ਸਪੀਚ ਕੱਢਣੀ ਕਿ ਜੇ ਕੋਈ ਕਿਸੇ ਨੂੰ ਇੱਦਾਂ ਪਰੇਸ਼ਾਨ ਕਰ ਰਿਹਾ, ਕੋਈ ਗੈਂਗਸਟਰ ਹੈ, ਉਹਦਾ ਔਨ ਦਾ ਸਪੋਟ ਐਨਕਾਊਂਟਰ ਕੀਤਾ ਜਾਵੇ ਜਾਂ ਉਹਨਾਂ ਨੂੰ ਫੜ ਲਿੱਤਾ ਜਾਵੇ। ਤੇ ਇਹ ਹਾਲਾਤ ਇੱਥੇ ਨਹੀਂ ਹੋ ਸਕਦੇ ਸਰ, ਇੱਥੇ ਵੀ ਸਭ ਕੁਝ ਠੀਕ ਹੋ ਸਕਦਾ ਹੈ। ਉਹਨਾਂ ਦੇ ਕੋਲ ਬਹੁਤ ਪਾਵਰ ਹੈ, ਉਹਨਾਂ ਦੇ ਮੂੰਹ ਖੋਲ੍ਹਣ ਦੀ ਗੱਲ ਹੈ ਸਰ। ਉਹ ਵੀ ਟੀਵੀ ਦੇ ਉੱਤੇ ਆ ਕੇ ਅਨਾਊਂਸ ਕਰਨ, ਆਪਣੀ ਪੁਲਿਸ ਵਿੱਚ ਅਨਾਊਂਸ ਕਰਨ, ਥੋੜੀ ਸਟ੍ਰਿਕਨੈਸ ਕਰਨ, ਤੇ ਸਰ ਕਿਉਂ ਨਹੀਂ ਹੋਏਗਾ? ਇੱਕ ਕਲਾਸ ਦੇ ਵਿੱਚ ਇੱਕ ਬੱਚਾ ਹੈ, ਇੱਕ ਬੱਚਾ ਨਹੀਂ ਪੜ੍ਹ ਰਿਹਾ, ਅਗਰ ਉਹਨੂੰ 2 ਡੰਡੇ ਪਾਏ, ਉਹਨੂੰ ਅਗਲੇ ਦਿਨ ਆਪਣੇ ਆਪ ਹੋਮਵਰਕ ਕਰਕੇ ਆਉਂਦਾ ਆਪਣਾ। ਅਸੀਂ ਅਗਰ ਉਹਨੂੰ ਕਹੀਏ ਨਹੀਂ ਬੇਟਾ ਕੋਈ ਨਹੀਂ ਤੂੰ ਕੱਲ੍ਹ ਕਰ, ਉਹ ਤਾਂ ਹਰ ਦਿਨ ਨਹੀਂ ਕਰੇਗਾ। ਉਹ ਤਾਂ ਕਹੇਗਾ ਟੀਚਰ ਠੀਕ ਹੈ, ਟੀਚਰ ਤਾਂ ਮੇਰੀ ਬਹੁਤ ਵਧੀਆ, ਮੈਨੂੰ ਕੁਝ ਕਹਿੰਦੀ ਨਹੀਂ, ਮੈਂ ਅੱਜ ਨਹੀਂ ਕਰਾਂਗਾ, ਕੱਲ੍ਹ ਨਹੀਂ ਕਰਾਂਗਾ, ਉਹਦੀ ਆਦਤ ਬਣ ਜਾਏਗੀ। ਉਹੀ ਉਹਨੂੰ 2 ਡੰਡੇ ਪਏ ਹੋਣ ਤਾਂ ਆਪਣੇ ਆਪ ਸਿੱਧਾ ਹੋਏਗਾ ਸਰ। ਮੇਨ ਤਾਂ ਹੁਣ ਦੇਖੋ ਸਰਕਾਰ ਦਾ ਡੰਡਾ ਚਲਾਉਣ ਦੀ ਜ਼ਰੂਰਤ ਹੈ ਕਿ ਤੁਸੀਂ ਗੈਂਗਸਟਰਸ ਦੇ ਉੱਤੇ ਡੰਡਾ ਚਲਾਓ। ਪੰਜਾਬ ਦੇ ਹਾਲਾਤ ਜਿੰਦੇ ਮੂੰਹ ਵੀ ਸਰ ਸਾਡੇ ਹੁਣ ਗੱਲ ਹੋਈ ਹੈ, ਜਿਹਦੇ ਮੂੰਹ ਵੀ ਅਸੀਂ ਗੱਲ ਸੁਣਦੇ, ਹਰ ਕੋਈ ਕਹਿੰਦਾ ਮੈਂ ਆਪਣੇ ਬੇਟੇ ਨੂੰ ਕੈਨੇਡਾ ਭੇਜ ਦੇਣਾ, ਮੈਂ ਆਪਣੇ ਬੇਟੇ ਨੂੰ ਆਸਟ੍ਰੇਲੀਆ ਭੇਜ ਦੇਣਾ, ਮੈਂ 12th ਕਰਾ ਕੇ ਆਈਲੈਟਸ ਕਰਾ ਕੇ ਬਾਹਰ ਭੇਜ। ਸਰ ਇੱਦਾਂ ਕਿਉਂ? ਪੰਜਾਬ 'ਚ ਕੌਣ ਰਹੇਗਾ ਫਿਰ ਦੱਸੋ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ? ਇੰਨੇ ਦਿਨ ਹੋ ਗਏ ਇਨਸੀਡੈਂਟਸ ਹੋਏ ਨੂੰ, ਤੇ ਪ੍ਰਸ਼ਾਸਨ ਵੱਲੋਂ, ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਲੀਡਰ ਵੱਲੋਂ ਕੋਈ ਅਪਡੇਟ ਦਿੱਤੀ ਗਈ ਪ੍ਰਸ਼ਾਸਨ ਨੂੰ ਕਿ ਕਿੱਥੇ ਤੱਕ ਜਿਹੜਾ ਹੈ ਪਹੁੰਚ ਚੁੱਕਿਆ? ਤੁਹਾਡੇ ਤੱਕ ਪਹੁੰਚ ਕਿਤੇ, ਕਿਉਂਕਿ ਬਾਕੀ ਆਪੋਜੀਸ਼ਨ ਦੇ ਸਰ ਆਏ ਨੇ, ਬਾਕੀ ਹੋਰ ਪਾਰਟੀ ਦੇ ਲੀਡਰ ਤੁਹਾਡੇ ਤੱਕ ਖੁਦ ਪਹੁੰਚ ਕਰ ਤੁਹਾਡੇ ਘਰ ਅੱਗੇ ਆ ਰਹੇ? ਸਰ ਓਪੋਜੀਸ਼ਨ ਪਾਰਟੀ ਵਾਲੇ ਤਾਂ ਆ ਰਹੇ ਨੇ ਬਸ, ਪਰ ਸਰ ਉਹੀ ਗੱਲ ਹੈ ਨਾ, ਹਰ ਕੋਈ ਆਉਂਦਾ ਸਪੀਚ ਦੇ ਕੇ ਚਲਾ ਜਾਂਦਾ ਹੈ। ਸਾਡੇ ਲਈ ਤਾਂ ਕਿਸੇ ਨੇ ਕੁਝ ਕੀਤਾ ਨਹੀਂ ਨਾ। ਫਾਈਨੈਂਸ਼ੀਅਲ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਆਇਆ ਨਹੀਂ, ਸਰਕਾਰ ਦੇ ਸਾਡੇ ਘਰ ਕੋਈ ਨਹੀਂ ਆਇਆ ਸਰ। ਆਮ ਆਦਮੀ ਪਾਰਟੀ ਜਿਹੜੀਆਂ ਸੀ ਡਿਮਾਂਡ ਹੁੰਦੀ ਹੈ ਦੀ ਇਨਵੈਸਟੀਗੇਸ਼ਨ ਇਸ ਵੇਲੇ ਚੱਲ ਰਹੀ ਹੈ, ਤੁਹਾਡੇ ਵੱਲੋਂ ਫਿਰ ਅਸੀਂ ਇਹ ਡਿਮਾਂਡ ਕਹਿ ਸਕਦੇ ਹਾਂ ਕਿ ਯੂਐਸ ਬੇਸ ਜਿਹੜਾ ਇੱਕ ਤਾਂ ਜਿਹੜਾ ਬੇਸ ਸਰ ਮੈਮ ਜ਼ਰੂਰ ਮੈਮ ਦੇਖੋ ਉਹ ਬਾਹਰ ਬੈਠ ਕੇ ਇੰਨਾ ਕੁਝ ਆਪਰੇਟ ਕਰ ਰਿਹਾ ਹੈ, 2-4-6 ਮਹੀਨੇ ਤੇ ਗੱਲ ਬੰਦ ਹੋ ਜਾਏਗੀ। ਕੀ ਪਤਾ ਉਹ ਹੋਰ ਕਿੰਨਾ ਕੁਝ ਅੱਗੋਂ ਹੋਰ ਕਿੰਨੇ ਬੰਦੇ ਇਕੱਠੇ ਕਰ ਲਏ। ਬਿਲਕੁਲ ਮੈਮ, ਬਿਲਕੁਲ ਹੋਰ ਵੀ ਕੋਈ ਤੁਹਾਡੀ ਜਿਹੜੀ ਇਨਵੈਸਟੀਗੇਸ਼ਨ ਨੂੰ ਲੈ ਕੇ ਡਿਮਾਂਡ? ਸਰ ਮੈਮ ਮੇਰੀ ਬਿਲਕੁਲ ਡਿਮਾਂਡ ਹੈ ਕਿ ਉਸ ਬੰਦੇ ਨੂੰ ਉੱਥੋਂ ਮਤਲਬ ਜਿੱਦਾਂ ਵੀ ਹੈ, ਮੈਨੂੰ ਹੁਣ ਇੰਨੀਆਂ ਚੀਜ਼ ਦੀ ਨੌਲੇਜ ਨਹੀਂ ਹੈਗੀ ਕਿ ਆਪਾਂ ਉਹਨੂੰ ਕਿੱਦਾਂ ਪਕੜਾਂਗੇ, ਕਿੱਦਾਂ ਕੈਪਚਰ ਕਰ ਸਕਦੀ। ਪਰ ਦੇਖੋ ਅੱਗੋਂ ਸੇਫਟੀ ਲਈ, ਨਕੋਦਰ ਦੀ ਸੇਫਟੀ ਲਈ ਮੈਂ ਬਿਲਕੁਲ ਕਵਾਂਗੀ। ਨਕੋਦਰ ਦੀ ਕਿਉਂ, ਉਹ ਉੱਥੇ ਬੈਠ ਕੇ ਇੰਨਾ ਕੁਝ ਕਰ ਰਿਹਾ, ਆਪਰੇਟ ਆਪਣਾ ਨਵਾਂ ਗੈਂਗ ਬਣਾ ਰਿਹਾ, ਬੰਦੇ ਇਕੱਠੇ ਕਰ ਰਿਹਾ। ਮੈਮ ਸਾਡੇ ਭਰਾ ਵੀ ਹੈ, ਜੋ ਹੁਣ ਸਾਡਾ ਤਾਂ ਜਿਹੜਾ ਲੋਸ ਹੋ ਗਿਆ। ਸਿਟੀ ਦੀ ਸੇਫਟੀ ਲਈ, ਪੰਜਾਬ ਦੀ ਸੇਫਟੀ ਲਈ ਤੇ ਇੱਦਾਂ ਦੇ ਬੰਦੇ ਨੂੰ ਪਕੜਨਾ ਜ਼ਰੂਰੀ ਹੈ। ਤੁਸੀਂ ਆਪਣੀ ਗਵਰਨਮੈਂਟ ਨੂੰ ਇਹ ਚਿੱਠੀ ਲਿਖ ਕੇ ਕਹਿ ਸਕਦੇ ਹੋ ਕਿ ਵੀ ਉਹ ਇੱਕ ਬੰਦਾ
ਬਾਹਰ ਬੈਠ ਕੇ ਪੰਜਾਬ ਦੇ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਉਹਨੂੰ ਪਕੜਿਆ ਜਾਵੇ, ਉਹਨੂੰ ਅਰੈਸਟ ਕੀਤਾ ਜਾਵੇ, ਪੰਜਾਬ ਲਿਆਇਆ ਜਾਵੇ। ਮੈਮ ਇਹ ਤਾਂ ਹਰ ਇੱਕ ਬੰਦਾ ਚਾਹੇਗਾ। ਅੱਜ 2 ਮਹੀਨੇ 4 ਮਹੀਨੇ 6 ਮਹੀਨੇ ਉਹ ਬੰਦਾ ਚਾਹੇ ਕੋਈ ਐਕਟੀਵਿਟੀ ਨਾ ਕਰੇ, 6 ਮਹੀਨੇ ਬਾਅਦ 8 ਮਹੀਨੇ ਬਾਅਦ ਸਾਲ ਬਾਅਦ ਉਹ ਬੰਦਾ ਫਿਰ ਐਕਟਿਵ ਹੋ ਗਿਆ, ਉਹਨੇ ਫਿਰ ਕਿਸੇ ਨੂੰ ਅਪਾਇੰਟ ਕਰ ਲਿਆ ਇੱਥੇ ਫੋਨ ਕਰਕੇ ਕਿ ਤੂੰ ਕਰ ਰੇਕੀ ਕਰ, ਇਹਦਾ ਕੰਮ ਕੱਢੀਏ ਉਹਦਾ। ਮੈਮ ਅਸੀਂ ਸੇਫ ਥੋੜ੍ਹਾ ਹੋ ਗਏ ਹਾਂ। ਉਹ ਬੰਦਾ ਬਾਹਰ ਬੈਠ ਕੇ ਇੰਨਾ ਕੁਝ ਕਰ ਰਿਹਾ, ਉਹਦਾ ਹਾਂਜੀ ਇਸ ਟਾਈਮ ਤਾਂ ਹਾਂਜੀ ਹੈਗੀ ਹੈ ਘਰ ਦੇ ਬਾਹਰ। ਪਰ ਮੈਮ ਉਹੀ ਗੱਲ ਆ ਨਾ, ਹੁਣ ਬੰਦਾ ਚਲਾ ਗਿਆ, ਸਭ ਕੁਝ ਹੋ ਗਿਆ, ਹੁਣ ਸਿਕਿਉਰਿਟੀ ਦਾ ਕੀ ਕਰਾਂਗੇ ਅਸੀਂ? ਹੁਣ ਤਾਂ ਸਾਡਾ ਜੋ ਮੇਨ ਸਾਡੇ ਘਰ ਦਾ ਬੰਦਾ ਹੀ ਚਲਾ ਗਿਆ ਹੈ ਨਾ। ਹੁਣ ਅਸੀਂ ਪਹਿਲੇ ਤਾਂ ਸਾਡੀ ਕਿਸੇ ਨੇ ਵਾਹ ਨਾ ਕੀਤੀ, ਹੁਣ ਜਦੋਂ ਚਲਾ ਗਿਆ ਤਾਂ ਹੁਣ ਤੁਸੀਂ ਸਾਨੂੰ ਸਿਕਿਉਰਿਟੀਆਂ ਵੀ ਦੇ ਰਹੇ ਹੋ, ਸਭ ਕੁਝ ਸਟਿਕਨੈਸ ਵੀ ਕਰ ਰਹੇ ਹੋ, ਘਰੋਂ ਬਾਹਰ ਵੀ ਨਹੀਂ ਸਾਨੂੰ ਜਾਣ ਦੇ ਰਹੇ। 3-3 4-4 ਬੰਦੇ ਇਹੀ ਜੇ ਪਹਿਲੇ ਕੁਝ ਕੀਤਾ ਹੁੰਦਾ ਤਾਂ ਅੱਜ ਉਹ ਸਾਡੇ ਵਿੱਚ ਹੁੰਦੇ ਕਿ ਜਦੋਂ ਤੱਕ ਨਹੀਂ ਪਕੜੇ ਜਾਂਦੇ ਤੁਸੀਂ ਇਹੀ ਥੋੜੀ ਸਟਿਕਨੈਸ ਪਹਿਲੇ ਕਰ ਲੈਂਦੇ, ਥੋੜੀ ਕੋਸ਼ਿਸ਼ ਕਰ ਲੈਂਦੇ ਤੇ ਸ਼ਾਇਦ ਇਹ ਇਨਸੀਡੈਂਟ ਨਾ ਹੁੰਦਾ। ਇੱਕ ਮਹੀਨਾ ਬਹੁਤ ਹੁੰਦਾ ਹੈ ਇੱਕ ਕਾਲ ਨੂੰ ਮਤਲਬ ਟ੍ਰੇਸ ਕਰਨਾ, ਥੋੜਾ ਨਹੀਂ ਹੁੰਦਾ, ਇੱਕ ਮਹੀਨਾ ਬਹੁਤ ਹੁੰਦਾ ਹੈ। WhatsApp ਕਾਲ ਕਹਿੰਦੇ ਨਹੀਂ, ਕਾਲ ਰੈਗੂਲਰ ਕਾਲ ਵੀ ਆਈ ਹੈ, ਤੁਸੀਂ ਟ੍ਰੇਸ ਕਰ ਸਕਦੇ ਸੀ। ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਹੈ। ਰੈਗੂਲਰ ਕਾਲ ਟਿਮੀ ਭਾਈ 2 ਮਿੰਟ ਜੀ ਹਾਂਜੀ ਆਈ ਹੈ। ਦੇਖੋ ਮੈਮ ਜਦੋਂ ਤੱਕ ਉਹ ਬੰਦਾ ਪਕੜਿਆ ਨਹੀਂ ਜਾਂਦਾ ਨਾ ਉਦੋਂ ਤੱਕ ਸੇਫ ਨਹੀਂ ਹੈਗਾ ਨਕੋਦਰ। ਉਹ ਬੰਦਾ ਨਕੋਦਰ ਦਾ ਹੀ ਹੈਗਾ, ਨਕੋਦਰ ਤੋਂ ਹੀ ਹੈ। ਉਹ ਹੋਰ ਵੀ ਅੱਗੋਂ ਕਰ ਸਕਦਾ, ਹੋਰ ਵੀ ਕਿਸੇ ਨੂੰ ਖੜਾ ਕਰ ਸਕਦਾ ਅੱਗੋਂ। 6 ਮਹੀਨੇ ਸਾਲ ਉਹ ਚੁੱਪ ਕਰਕੇ ਬੈਠ ਜਾਏਗਾ, ਉਹ ਦੁਬਾਰਾ ਉੱਠੇਗਾ। ਜਿਨ੍ਹਾਂ ਨੂੰ ਇਹ ਆਦਤਾਂ ਹੁੰਦੀਆਂ ਉਹਨਾਂ ਨੂੰ ਆਦਤਾਂ ਹੁੰਦੀਆਂ, ਉਹ ਫਿਰ ਆਪਣਾ ਗੈਂਗ ਬਣਾਏਗਾ। ਉਧਰ ਦੇ ਨਾਲ ਹੀ ਸ਼ਰ ਪਿੰਡ ਹੈ। ਹਾਂਜੀ ਨਕੋਦਰ ਦਾ ਮਾਲੜੀ ਪਿੰਡ ਹੈ। ਤੇ ਇਹ ਤੁਸੀਂ ਕਹੀਏ ਕਿ ਆਪਾਂ ਫੜ ਲਿਆ ਸਭ ਨੂੰ ਤੇ ਨਕੋਦਰ ਸੇਫ ਹੋ ਗਿਆ, ਮੈਂ ਇਸ ਚੀਜ਼ ਨੂੰ ਨਹੀਂ ਮੰਨਾਂਗੀ ਨਕੋਦਰ ਸੇਫ ਹੈ। ਕਿਉਂਕਿ ਉਹ ਬੰਦਾ ਨਹੀਂ ਹਾਲੇ ਤੱਕ ਫੜਿਆ ਗਿਆ, ਉਹ ਬਾਹਰ ਬੈਠਾ, ਉਹ ਤੇ ਉੱਥੇ ਆਪਣੇ ਆਪ ਨੂੰ ਸੇਫ ਸਮਝ ਰਿਹਾ ਕਿ ਮੈਂ ਉੱਥੋਂ ਬੈਠ ਕੇ ਜੋ ਮਰਜ਼ੀ ਕਰੀ ਜਾਵਾਂ। ਮੈਮ ਪਰ ਇੱਥੇ ਜਿਹੜੇ ਬੈਠੇ ਉਹ ਉੱਥੋਂ ਫਿਰ ਫੋਨ ਕਰੇਗਾ ਕਿਸੇ ਨੂੰ, ਫਿਰ ਆਪਣੀਆਂ ਗੱਲਾਂ 'ਚ ਪਾ ਲੇਗਾ, ਮੈਂ ਤੈਨੂੰ 2 ਲੱਖ ਦੇ ਦਾਂਗਾ, ਮੈਂ ਤੈਨੂੰ 4 ਲੱਖ ਦੇ ਦਾਂਗਾ। ਕਾਰ ਇਹਦੀ ਰੇਕੀ, ਪੈਸਾ ਤਾਂ ਬੜੀ ਵੱਡੀ ਚੀਜ਼ ਹੈ, ਤੁਹਾਨੂੰ ਪਤਾ 10-10 ਹਜ਼ਾਰ ਪਿੱਛੇ ਲੋਕ ਕਿਸੇ ਦਾ ਕਤਲ ਕਰ ਦਿੰਦੇ, ਉਹ ਫਿਰ ਅਪਾਇੰਟ ਕਰ ਦੇਗਾ ਕਿਸੇ ਨੂੰ, ਸਾਲ ਬਾਅਦ ਫਿਰ ਖੜਾ ਹੋ ਜਾਏਗਾ। ਉਹਦਾ ਫੜੇ ਜਾਣਾ ਵੀ ਬਹੁਤ ਜ਼ਰੂਰੀ ਹੈ। ਜਦੋਂ ਤੱਕ ਉਹ ਫੜਿਆ ਨਹੀਂ ਜਾਏਗਾ ਉਦੋਂ ਤੱਕ ਕਿੱਦਾਂ ਕਿਸੇ ਨੂੰ ਪਤਾ ਲੱਗੇਗਾ? ਨਾਲੇ ਇੱਕ ਗਵਰਨਮੈਂਟ ਦੀ ਪਾਵਰ ਦਿਖੇਗੀ ਕਿ ਗਵਰਨਮੈਂਟ ਕੋਲ ਇੰਨੀ ਪਾਵਰ ਹੈਗੀ ਹੈ ਕਿ ਪੰਜਾਬ ਦੇ ਹਾਲਾਤ ਖਰਾਬ ਕਰਨ ਦੀ ਕੋਈ ਕੋਸ਼ਿਸ਼ ਕਰ ਰਿਹਾ ਤੇ ਅਸੀਂ ਉਹਨੂੰ ਇੱਦਾਂ ਨਹੀਂ ਛੱਡ ਸਕਦੇ, ਉਹਨੂੰ ਫੜਨਾ ਜ਼ਰੂਰੀ ਹੈ। ਮੈਮ ਇੱਕ ਲਾਸਟ ਗੱਲ ਜਵਾਬ ਦਿਓ, ਤੁਸੀਂ ਕਹਿ ਰਹੇ ਕਿ ਗਵਰਨਮੈਂਟ ਆਪਣੀ ਇਸ ਵੇਲੇ ਪਾਵਰ ਦਿਖਾਉਣ ਦੀ ਲੋੜ ਹੈਗੀ ਹੈ। ਜਿਵੇਂ ਸਰ ਤੋਂ ਵੀ ਪੁੱਛਿਆ ਸੀਗਾ ਕਿ ਬੀਤੇ ਦਿਨ ਜਦੋਂ ਗੁਜਰਾਤ ਇਲੈਕਸ਼ਨ ਗਏ ਸੀ ਉੱਥੇ ਸੀਐਮ ਸਾਹਿਬ ਨੇ ਕਿਹਾ ਕਿ ਪੰਜਾਬ ਜੋ ਹੋ ਰਿਹਾ ਉਹ ਛੋਟੀ ਮੋਟੀ ਘਟਨਾਵਾਂ। ਕੱਲ ਵੀ ਮੰਤਰੀ ਸਾਹਿਬ ਆਏ ਨੇ ਧਾਲੀਵਾਲ ਸਾਹਿਬ, ਉਹ ਵੀ ਕਹਿ ਰਹੇ ਕਿ ਜੋ ਆਏ ਸੇ ਇੰਸੀਡੈਂਟ ਤੋਂ ਬਾਅਦ ਵੀ ਕਿ ਜੋ ਪੰਜਾਬ 'ਚ ਕੁਝ ਛੋਟੀ ਮੋਟੀ ਘਟਨਾਵਾਂ ਹੋ ਰਹੀ, ਬਾਕੀ ਪੰਜਾਬ ਸੇਫ ਹੈ। ਤੁਸੀਂ ਇਸ ਚੀਜ਼ ਨੂੰ ਲਾਭ ਦੱਸੋ ਕੀ ਕਰਨਾ? ਸਰ ਬਿਲਕੁਲ ਪੰਜਾਬ ਸੇਫ ਨਹੀਂ ਹੈਗਾ। ਦੇਖੋ ਗਵਰਨਮੈਂਟ ਦੇ ਹੱਥ 'ਚ ਸਭ ਕੁਝ ਹੁੰਦਾ ਹੈ, ਗਵਰਨਮੈਂਟ ਚਾਹੇ ਤਾਂ ਕੀ ਕੁਝ ਨਹੀਂ ਕਰ ਸਕਦੀ। ਉਹੀ ਮੈਂ ਤੁਹਾਨੂੰ ਇੱਕ ਐਜ਼ ਇੱਕ ਪ੍ਰਿੰਸੀਪਲ ਦੀ ਐਗਜ਼ਾਮਪਲ ਦੇ ਰਹੀ ਹਾਂ ਕਿ ਉਹਨਾਂ ਦੇ ਹੱਥ 'ਚ ਪਾਵਰ ਹੈਗੀ ਆ। ਉਹ ਚਾਰ ਅੱਜ ਇੱਕ ਪੀਐਮ ਮੋਦੀ ਸਰ ਨੇ ਰਾਤੋਂ ਰਾਤ ਕਹਿਤਾ ਨੋਟਬੰਦੀ ਹੋ ਜਾਏਗੀ, ਰਾਤੋਂ ਰਾਤ ਕਰਫਿਊ ਕਰਤਾ, ਤੇ ਐਟਲੀਸਟ ਮੈਂ ਨਹੀਂ ਪੂਰੀ, ਮੈਂ ਓਵਰਆਲ ਇੰਡੀਆ ਦੀ ਗੱਲ ਨਹੀਂ ਕਰ ਰਹੀ। ਇੰਨੀ ਕੋਈ ਪਾਵਰ ਤੇ ਸਾਡੇ ਸੀਐਮ ਸਰ ਕੋ ਹੈਗੀ ਹੈ, ਉਹਨਾਂ ਨੂੰ ਆਪਣੀ ਪਾਵਰ ਦਿਖਾਣੀ ਚਾਹੀਦੀ। ਉਹ ਵੀ ਕੁਝ ਐਲਾਨ ਕਰ ਸਕਦੇ ਆ ਕਿ ਵੀ ਜਿਹੜਾ ਪੰਜਾਬ ਦੇ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਹਨਾਂ ਦਾ ਔਨ ਦਾ ਸਪੋਟ ਐਨਕਾਊਂਟਰ ਕਰੋ, ਜਾਂ ਉਹਨਾਂ ਨੂੰ ਮਤਲਬ ਉਹਨਾਂ ਦੀ ਮਤਲਬ ਕੁਛ ਵੀ ਤੁਸੀਂ ਐਲਾਨ ਕਰ ਸਕਦੇ ਹੋ। ਸਰ ਇੰਨੀ ਕੁ ਪਾਵਰ ਜੇ ਤੁਸੀਂ ਰਾਤੋਂ ਰਾਤ ਨੋਟਬੰਦੀ ਕਰ ਸਕਦੇ ਹੋ, ਬੜਾ ਕੁਝ ਕਰ ਸਕਦੇ ਹੋ, ਤੇ ਰਾਤੋਂ ਰਾਤ ਬੜੇ ਡਿਸੀਜਨਸ ਲੈ ਸਕਦੇ। ਗਵਰਨਮੈਂਟ ਕੋਲ ਇੰਨੀ ਪਾਵਰ ਹੁੰਦੀ ਹੈ ਸਰ, ਤੁਸੀਂ ਪਾਵਰ 'ਚ ਹੈਗੇ ਹੋ, ਤੁਸੀਂ ਕਰ ਸਕਦੇ ਹੋ ਆਪਣੀ ਪਾਵਰ ਨੂੰ ਯੂਜ਼। ਜੋ ਇਸ ਚੀਜ਼ ਦੇ ਸਾਰੇ ਕਿਊਜ਼ ਹੈਗੇ, ਜੇ ਸਿਰਫ ਉਹਨਾਂ ਨੂੰ ਫੜ ਲਿੱਤਾ ਜਾਂਦਾ ਹੈ ਉਸ ਚੀਜ਼ ਤੋਂ ਸੰਤੁਸ਼ਟ ਹੈ ਜਾਂ ਕਿਸ ਤਰ੍ਹਾਂ ਦੀ ਸਰ ਨਹੀਂ, ਫੜਨ ਤੋਂ ਬਾਅਦ ਵੀ ਇਹ ਲੋ ਬਣਨਾ ਚਾਹੀਦਾ। ਅੱਜ ਇੱਕ ਬੰਦਾ, ਇੱਕ ਅਮਨੀ ਵਰਗਾ ਹੈਗਾ, ਉਹਦੇ ਕੀ ਤਾਂ ਕਿੰਨੇ ਬੈਠੇ ਹੋਏ ਨੇ, ਕਿੰਨੇ ਗੈਂਗਸਟਰਸ ਹੈਗੇ ਪੰਜਾਬ ਦੇ ਵਿੱਚ। ਪੰਜਾਬ ਤੇ ਗੈਂਗਸਟਰਸ ਨਾਲ ਭਰਿਆ ਹੋਇਆ ਵਾ। ਅਸੀਂ ਕੁਝ ਸਾਲਾਂ ਤੋਂ ਸੁਣ ਰਹੇ ਹਾਂ, ਪਹਿਲੇ ਤਾਂ ਅਸੀਂ ਕਦੇ ਇੱਦਾਂ ਦੀਆਂ ਗੱਲਾਂ ਨਹੀਂ ਸੁਣੀਆਂ। ਕੁਝ 2-3 ਸਾਲਾਂ ਤੋਂ ਅਸੀਂ ਸੁਣ ਰਹੇ ਹਾਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਹੋਏ ਆ। ਇਹ ਲੋ ਤਾਂ ਬਣਨਾ ਹੀ ਚਾਹੀਦਾ ਸਰ ਬਾਕੀਆਂ ਲਈ ਵੀ। ਇੱਕ ਨੂੰ ਤੁਸੀਂ ਫੜ ਲਓਗੇ, ਜਿਹੜੇ ਬਾਕੀ ਜਿਹੜੇ ਇੰਨੇ ਖੁੱਡਾਂ 'ਚ ਵੜ ਕੇ ਬੈਠੇ ਹੋਏ ਨੇ, ਕੋਈ ਵੀ ਉੱਠ ਸਕਦਾ ਸਰ। ਮੇਨ ਤਾਂ ਇਹ ਹੈ ਨਾ ਕਿ ਆਪਾਂ ਸਟ੍ਰਿਕਟ ਹੋਈਏ, ਥੋੜੀ ਗਵਰਨਮੈਂਟ ਸਟ੍ਰਿਕਟ ਹੋ ਕੇ ਇਹਦੇ ਤੇ ਕੋਈ ਐਕਸ਼ਨ ਲਏ। ਸਰਕਾਰ ਨੂੰ ਹੁਣ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਹੁਣ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਸਰ। ਸਰ ਦੇ ਐਕਸ਼ਨ ਦੀ ਤੁਸੀਂ ਮੰਗ ਕਰਦੇ ਹੋ ਤਾਂ ਲੱਗਦਾ ਕਿ ਜਿਹੜੇ ਟੀਮੀ ਸਾਹਿਬ ਮੈਂ ਸਰ ਉਹੀ ਐਕਸ਼ਨ ਦਾ ਇਨਸਾਫ ਮਿਲ ਸਕਦਾ। ਮੈਂ ਬਸ ਸਰ ਉਹੀ ਐਕਸ਼ਨ ਦਾ ਮੰਗ ਕਰਦੀ ਹਾਂ ਕਿ ਔਨ ਦਾ ਸਪੋਟ ਐਨਕਾਊਂਟਰ। ਬਈ ਤੁਹਾਨੂੰ ਅਗਰ ਪਤਾ ਲੱਗ ਰਿਹਾ ਕਿ ਇਹ ਬੰਦਾ ਬਹੁਤ ਖਰਾਬ ਹੈ, ਅਸੀਂ ਕੋਈ ਉੱਦਾਂ ਦੇ ਬੰਦੇ ਨੂੰ ਤਾਂ ਨਹੀਂ ਕਹਿ ਰਹੇ ਕਿ ਜਿਹੜਾ ਬੇਗੁਨਾਹ ਬੰਦਾ ਹੈ ਜਾਂ ਕੋਈ ਕੁਛ। ਅਗਰ ਤੁਹਾਨੂੰ ਤੁਹਾਡੀ ਪ੍ਰੋਪਰ ਇਨਵੈਸਟੀਗੇਸ਼ਨ ਵਿੱਚ ਇਹ ਗੱਲ ਸ਼ੋ ਹੋ ਰਹੀ ਹੈ ਇਸ ਬੰਦੇ ਨੇ 2 4 5 ਜਾਨ ਦਾ ਬਦਲਾ ਇੱਕ ਜਾਨ ਤਾਂ ਚਲੋ ਉਹਨੇ ਲਿੱਤੀ, 2 4 ਬੰਦ ਬੰਦਿਆਂ ਨੂੰ ਇੱਕ ਬੰਦਾ ਗੋਲੀ ਮਾਰ ਦੇ, ਤੁਸੀਂ ਉਹਨੂੰ ਸਿਕਿਉਰਿਟੀ ਪ੍ਰੋਵਾਈਡ ਕਰ ਰਹੇ ਹੋ ਕਿ ਇਹ ਗੈਂਗਸਟਰ ਹੈ, ਉਹਦੇ ਅੱਗੇ 4 4 5 5 ਬੰਦੇ ਫਿਰ ਰਹੇ, ਕਾਹਦੀ ਸਿਕਿਉਰਿਟੀ ਤੁਸੀਂ ਉਹਨੂੰ ਦੇ ਰਹੇ ਹੋ? ਤੁਸੀਂ ਉਹਦੇ ਕਾਹਦੇ ਮੈਡੀਕਲ ਕਰਾ ਰਹੇ ਹੋ? ਤੁਸੀਂ ਤਾਂ ਬਸ ਉਹਦੇ ਕੋਲ ਆਪਣੀ ਇਨਫੋਰਮੇਸ਼ਨ ਲਓ। ਜੇ ਤੁਸੀਂ ਤੁਹਾਡੇ ਕੋਲ ਇਨਫੋਰਮੇਸ਼ਨ ਕਲੈਕਟ ਹੋ ਗਈ ਉਹਦਾ ਵੀ ਇਨਕਾਊਂਟਰ ਕਰੋ, ਤਾਂ ਕਿ ਉਹਦੇ ਵੱਲ ਦੇਖ ਕੇ 4 ਬੰਦਿਆਂ ਨੂੰ ਵੀ ਅਕਲ ਆਏ ਕਿ ਯਾਰ ਔਨ ਦਾ ਸਪੋਟ ਇਹਦਾ ਇਨਕਾਊਂਟਰ ਕਰ ਦਿੱਤਾ ਪੁਲਿਸ ਨੇ, ਕਿ ਸਾਡਾ ਵੀ ਇਨਕਾਊਂਟਰ ਹੋ ਜਾਏਗਾ। ਹਰ ਇੱਕ ਬੰਦੇ ਨੂੰ ਡਰ ਹੋਵੇ, ਗੈਂਗਸਟਰਸ ਨੂੰ ਵੀ ਡਰ ਹੋਵੇ
ਤੁਸੀਂ ਉਹਨੂੰ ਸਿਕਿਉਰਿਟੀਜ਼ ਪ੍ਰੋਵਾਈਡ ਕਰ ਰਹੇ ਹੋ। ਇੱਕ ਪੁਲਿਸ ਮੁਲਾਜ਼ਮ ਤੈਨਾਤ ਸੀ, ਅਸੀਂ ਸ਼ਾਹਕੋਟ ਗਏ ਸੀ, ਉਹ ਮਾਜਰਾ ਪਿੰਡ ਦੇ ਸ਼ਹਿਰ ਨੇ ਤੇ ਉਹਨਾਂ ਕੋਟਲੀ ਗਾਜਰਾ ਪਿੰਡ ਤੋਂ, ਤੇ ਉੱਥੇ ਜਿਹੜੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕਿਹਾ ਜਾ ਰਿਹਾ ਸੀਗਾ ਕਿ ਅਸੀਂ ਜਿਹੜਾ ਹੈ ਥੋੜੇ ਦਿਨਾਂ ਦੇ ਵਿੱਚ ਹੀ ਜਿਹੜਾ ਮੁਲਜ਼ਮ ਨੂੰ ਫੜ ਲਵਾਂਗੇ, ਤੇ ਜਿਹੜੇ ਲੀਡਰ ਵੀ ਪਹੁੰਚੇ ਸਨ ਉਹਨਾਂ ਵੱਲੋਂ ਵੀ ਇਹ ਸ਼ਵਾਸਨ ਦਿੱਤਾ ਗਿਆ ਕਿ ਕਿਵੇਂ ਦੇਖਦੇ ਹੋ ਕਿ ਹਜੇ ਤੱਕ ਤੁਹਾਨੂੰ ਲੱਗਦਾ ਹੈ ਕਿ ਕਿਸੇ ਤਰ੍ਹਾਂ ਦਾ ਜਿਹੜਾ ਹੱਲ ਮਿਲੇ? ਸਰ ਦੇਖੋ, ਮੈਨੂੰ ਇੰਨੀਆਂ ਰਾਜਨੀਤਿਕ ਗੱਲਾਂ ਦਾ ਪਤਾ ਨਹੀਂ, ਕਹਿੰਦੇ ਤਾਂ ਪਏ ਆਪਾਂ ਕੇਸ ਸੋਲਵ ਕਰ ਲਿਆ, ਫੜ ਲਿਆ, ਵਿਚਲੀਆਂ ਗੱਲਾਂ ਕਿਸੇ ਨੂੰ ਪਤਾ ਨਹੀਂ ਹੁੰਦੀਆਂ। ਹੁਣ ਜਿਹੜੇ ਬੰਦੇ ਦਾ ਨਾਮ ਆ ਰਿਹਾ, ਜੋ ਕਹਿ ਰਹੇ ਅਮਰੀਕਾ ਤੋਂ ਜਿਹਨੇ ਕੀਤਾ, ਸਰ ਮੇਰੀ ਤਾਂ ਇਹੀ ਮੰਗ ਹੈ ਕਿ ਹਾਲੇ ਤੱਕ ਕੇਸ ਮੈਂ ਨਹੀਂ ਕਵਾਂਗੀ, ਜਦੋਂ ਤੱਕ ਉਹ ਬੰਦਾ ਇੰਡੀਆ 'ਚ ਨਹੀਂ ਆਏਗਾ ਮੈਂ ਨਹੀਂ ਕਵਾਂਗੀ, ਕਿਉਂਕਿ ਉਹ ਸਾਰਾ ਮਾਸਟਰਮਾਈਂਡ ਉਹਨੇ ਸਾਰਾ ਪਲਾਨ ਕੀਤਾ, ਉਹ ਦੁਬਾਰਾ ਵੀ ਕਰ ਸਕਦਾ। ਅੱਜ ਸਾਡੇ ਨਾਲ ਆਇਆ, 6 ਮਹੀਨੇ ਸਾਲ ਬਾਅਦ ਉਹ ਬੰਦਾ ਫਿਰ ਐਕਟਿਵ ਹੋਏਗਾ, ਫਿਰ ਇਹ ਕੰਮ ਕਰ ਸਕਦਾ। ਸਰ ਮੈਂ ਨਹੀਂ ਕਵਾਂਗੀ ਉਸ ਦਾ ਕੇਸ। ऑलरेडी हो चुकी है, लेट आए हो।